दोस्तों वेलकम टू एमबे टीवी स्टूडियो और प्रोग्राम का नाम है साथी के संग संग। साथी के संग संग प्रोग्राम का नाम इसलिए है कि ये प्रोग्राम है जोड़ा ये पंजाबी विच भी हुंदा है, हिंदी विच भी, उर्दू विच भी हुंदा है। और लास्ट वीक असी दो शायर इत्थे लियाए सन जोड़े गुजराती के शायर सन और बहुत सारी वधिया रिस्पॉन्स उन्होंने सानू पहुंची है। और तुसी मेरा जो ईमेल आईडी है जो मैं अगे जाके तुहानू देवांगा ਉਹਦੇ ਉੱਤੇ ਤੁਸੀਂ ਰਿਸਪੌਂਡ ਕਰ ਸਕਦੇ ਹੋ ਕਿ ਤੁਹਾਨੂੰ ਇਹ ਪ੍ਰੋਗਰਾਮ ਜਿਹੜੇ ਕਿਹੋ ਜਿਹੇ ਲੱਗਦੇ ਨੇ। ਇਹ ਮੇਰਾ ਜਿਹੜਾ ਪ੍ਰੋਗਰਾਮ ਹੈ ਸਾਥੀ ਕੇ ਸੰਗ ਸੰਗ ਇਹ ਹਰ ਵੈਨਸਡੇ ਨੂੰ 9:30 PM to 10:30 PM ਤੇ ਹੁੰਦਾ ਤੇ ਤੁਸੀਂ ਆਪਣੇ ਦੋਸਤਾਂ ਨੂੰ, ਆਪਣੇ ਸੰਬੰਧੀਆਂ ਨੂੰ, ਆਪਣੇ ਜਾਣਕਾਰਾਂ ਨੂੰ ਦੱਸ ਸਕਦੇ ਹੋ ਕਿ ਦ ਬੈਸਟ ਪ੍ਰੋਗਰਾਮ is from 9:30 to 10:30 PM on MATV। तो दोस्तों ਅੱਜ ਜਿਹੜੇ ਮੇਰੇ ਕੋਲ ਸ਼ਾਇਰ ਹਨ ਉਹ ਹਨ ਪੰਜਾਬੀ ਦੇ ਸ਼ਾਇਰ, ਇਸ ਕਰਕੇ ਮੈਂ ਪੰਜਾਬੀ ਵਿੱਚ ਬੋਲ ਰਿਹਾ। ਨੈਕਸਟ ਵੀਕ ਸਾਡੇ ਕੋਲ ਉਰਦੂ ਦੇ ਸ਼ਾਇਰ ਹੋਣਗੇ। ਪਿਛਲੇ ਹਫਤੇ ਜਿਵੇਂ ਮੈਂ ਪਹਿਲਾਂ ਕਿਹਾ ਸਾਡੇ ਕੋਲ ਗੁਜਰਾਤੀ ਦੇ ਸ਼ਾਇਰ ਸਨ, ਉਸ ਤੋਂ ਪਹਿਲਾਂ ਹਿੰਦੀ ਦੇ ਸਨ। ਤਾਂ ਇਸ ਤਰ੍ਹਾਂ ਦਾ ਇਹ ਸਿਲਸਿਲਾ ਹੁੰਦਾ। ਪੰਜਾਬੀ ਦੇ ਜਿਹੜੇ ਸ਼ਾਇਰ ਹੈਗੇ ਨੇ ਉਹਨਾਂ ਦੇ ਨਾਲ ਮੈਂ ਤੁਹਾਡਾ ਤਾਰਫ ਕਰਾਉਣਾ। ਅਤੇ ਇੱਕ ਤਾਂ ਸਾਡੇ ਕੋਲ ਹੈਗੇ ਨੇ ਸੁਰਿੰਦਰ ਸੀਰਾ ਜੀ। ਸੁਰਿੰਦਰ ਸੀਰਾ ਇਸ ਦੇਸ਼ ਵਿੱਚ 1985 ਵਿੱਚ ਆਏ। 1961 ਦਾ ਉਹਨਾਂ ਦਾ ਜਨਮ ਹੈ, ਜਿਹਦਾ ਭਾਵ ਇਹ ਹੈ ਕਿ ਕਾਫੀ ਜਵਾਨ ਨੇ ਉਹ ਔਰ ਬੜੀ ਜ਼ਿੰਦਗੀ ਉਹਨਾਂ ਦੇ ਸਾਹਮਣੇ ਪਈ ਹੈ, ਕ੍ਰੀਏਟਿਵ ਜ਼ਿੰਦਗੀ ਹੈ ਜਿਹੜੀ। ਔਰ ਪੰਜਾਬੀ ਦੇ ਵਿੱਚ ਉਹ ਸਿਰਫ ਗਜ਼ਲ ਹੀ ਲਿਖਦੇ ਨੇ, ਕਵਿਤਾ ਨਹੀਂ ਲਿਖਦੇ। ਔਰ ਇਹਨਾਂ ਨੂੰ ਆਪਾਂ ਪੁੱਛਾਂਗੇ ਵੀ ਗਜ਼ਲ ਕਿਉਂ, ਅਤੇ ਇਹਨਾਂ ਦਾ ਆਪਾਂ ਪਹਿਲਾਂ ਸਵਾਗਤ ਕਰੀਏ। ਸੁਰਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੈਲਕਮ ਟੂ ਆਵਰ ਪ੍ਰੋਗਰਾਮ। ਹਾਂ ਸਤਿ ਸ਼੍ਰੀ ਅਕਾਲ ਔਰ ਬਹੁਤ ਸ਼ੁਕਰੀਆ ਕਿ ਤੁਸੀਂ ਮੇਰੇ ਕਹਿਣ 'ਤੇ ਆ ਗਏ। ਹਾਂ ਨਹੀਂ ਤੁਹਾਡੇ ਬਹੁਤ ਬਹੁਤ ਧੰਨਵਾਦ, ਤੁਸੀਂ ਯਾਦ ਕੀਤਾ ਅਤੇ ਪਲੇਜਰ ਇਜ਼ ਮਾਈਨ। ਅਤੇ ਦੂਸਰੇ ਸਾਡੇ ਜਿਹੜੇ ਗੈਸਟ ਹੈਗੇ ਨੇ ਉਹ ਨੇ ਹਰਜੀਤ ਅਟਵਾਲ। ਔਰ ਹਰਜੀਤ ਅਟਵਾਲ ਦਾ ਜਿਹੜਾ ਨਾਂ ਆ ਇਹ ਬਹੁਤ ਚਰਚਿਤ ਹੈ, ਜਿਹਦਾ ਭਾਵ ਇਹ ਹੈ ਕਿ ਤਕਰੀਬਨ ਹਰ ਜਿਹੜਾ ਪਾਠਕ ਹੈ ਪੰਜਾਬੀ ਦਾ ਉਹ ਇਹਨਾਂ ਦੇ ਨਾਂ ਤੋਂ ਵਾਕਫ ਹੈ। ਇਸ ਕਰਕੇ ਵਾਕਫ ਹੈ ਕਿ ਇਹਨਾਂ ਨੇ ਬਹੁਤ ਸਾਰੇ ਨਾਵਲ ਲਿਖੇ ਹਨ, ਕਹਾਣੀਆਂ ਦੀ ਕਿਤਾਬਾਂ ਲਿਖੀਆਂ, ਜੀਵਨੀ ਵੀ ਲਿਖੀ ਆਪਣੀ, ਇੱਥੋਂ ਤੱਕ ਕਿ ਆਪਣੇ ਪਿਤਾ ਜੀ ਦੇ ਉੱਤੇ ਵੀ ਇਹਨਾਂ ਨੇ ਕਿਤਾਬ ਲਿਖੀ ਹੈ 85 ਵਰਿਆਂ ਦਾ ਜਸ਼ਨ। ਔਰ ਕਵਿਤਾ ਵੀ ਲਿਖਦੇ ਰਹੇ ਨੇ ਇਹ, ਲੇਕਿਨ ਕਵਿਤਾ ਦੇ ਵਿੱਚ ਇਹਨਾਂ ਦੀ ਸ਼ਾਇਦ ਕੋਈ ਕਿਤਾਬ ਨਹੀਂ ਹੈ। ਔਰ ਇਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹਿੰਦੀ ਵਿੱਚ ਟਰਾਂਸਲੇਟ ਹੋ ਚੁੱਕੀਆਂ ਨੇ, ਸ਼ਾਇਦ ਹੋਰ ਜ਼ਬਾਨ ਵਿੱਚ ਵੀ ਹੋਣ। ਔਰ ਇਹਨਾਂ ਦੀ ਜਿਹੜੇ ਸਾਰੇ ਨਾਵਲ ਆ ਜਿਹੜੇ ਮੋਸਟ ਆਫ ਦੈਮ ਉਹ ਕਾਫੀ ਲੋਕਾਂ ਨੇ ਪਸੰਦ ਕੀਤੇ ਨੇ ਅਤੇ ਸਾਡੇ ਬੜੇ ਤਕੜੇ ਨਾਵਲਕਾਰ ਹੈਗੇ ਨੇ ਹਰਜੀਤ ਅਟਵਾਲ ਜੀ। ਹਰਜੀਤ ਜੀ ਸਤਿ ਸ਼੍ਰੀ ਅਕਾਲ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ। ਔਰ ਚੰਗਾ ਲੱਗਿਆ ਕਿ ਤੁਸੀਂ ਫੇਰ ਆਏ ਤੇ ਦੁਬਾਰਾ ਬੁਲਾਇਆ ਜਿਹਦੇ ਵਿੱਚ ਆਪਾਂ ਨਾਵਲ ਬਾਰੇ ਗੱਲ ਕੀਤੀ ਸੀ। ਹਾਂ ਬਿਲਕੁਲ। ਆਪਾਂ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਸ ਗੱਲ ਨਾਲ ਆਪਾਂ ਸ਼ੁਰੂ ਕਰਦੇ ਹਾਂ ਸੁਰਿੰਦਰ, ਕਿ ਜਿਹੜੀ ਪੰਜਾਬੀ ਗਜ਼ਲ ਹੈ ਇਹਦਾ ਇੱਕ ਆਪਣਾ ਮਕਾਮ ਹੈ ਔਰ ਅਸੀਂ ਸਾਰੇ ਜਾਣਦੇ ਕਿ ਗਜ਼ਲ ਕਿੱਥੋਂ ਆਈ ਹੈ। ਬਿਲਕੁਲ। ਤੁਸੀਂ ਜਦ ਮੈਨੂੰ ਦੱਸਿਆ ਕਿ ਤੁਸੀਂ ਕਵਿਤਾ ਨਹੀਂ ਲਿਖਦੇ ਪੰਜਾਬੀ 'ਚ, ਹਾਂਜੀ, ਔਰ ਜੇ ਲਿਖਦੇ ਤਾਂ ਤੁਸੀਂ ਗਜ਼ਲ ਹੀ ਲਿਖਦੇ ਹੋ। ਹਾਂਜੀ, ਜਿਹਦਾ ਮਤਲਬ ਇਹ ਹੈ ਕਿ ਇਸ ਵਿਧਾ ਨੂੰ ਤੁਸੀਂ ਬੜੀ ਤਕੜਾਈ ਨਾਲ ਸਟੱਡੀ ਵੀ ਕੀਤਾ ਹੋਏਗਾ। ਬਿਲਕੁਲ। ਇਸ ਦੇ ਦਾ ਪੇਚ ਨੇ ਜਿਹੜੇ ਉਹਨਾਂ ਨੂੰ ਵੀ ਤੁਸੀਂ ਮਾਣਿਆ ਹੋਏਗਾ, ਮਤਲਬ ਸਮਝਿਆ ਹੋਏਗਾ। ਹਾਂਜੀ। ਅਤੇ ਜਿਹੜਾ ਸਾਡੇ ਜਿਹੜੇ ਸਰੋਤੇ ਹੈਗੇ ਨੇ ਉਹਨਾਂ ਨੂੰ ਦੱਸੋ ਕਿ ਗਜ਼ਲ ਕਿਉਂ ਤੁਸੀਂ ਲਿਖ ਰਹੇ ਹੋ। ਗਜ਼ਲ ਲਿਖਣ ਦਾ ਮੇਰਾ ਸਾਥੀ ਜੀ ਸਭ ਤੋਂ ਪਹਿਲਾ ਕਾਰਨ ਤਾਂ ਇਹ ਹੈ, ਮੈਂ ਪਹਿਲਾਂ ਕਵਿਤਾਵਾਂ ਪੜ੍ਹੀਆਂ ਬਹੁਤ। ਜਦ ਮੈਂ ਇੰਡੀਆ ਸੀਗਾ ਅਤੇ ਮੈਂ ਪ੍ਰੀਤ ਲੜੀ ਅਤੇ ਪੰਜਾਬੀ ਦੁਨੀਆ ਬਹੁਤ ਪੜ੍ਹਿਆ। ਅਤੇ ਪਰ ਉਦੋਂ ਇੱਕ ਮਾਹੌਲ ਗਜ਼ਲ ਦਾ ਵੀ ਬਹੁਤ ਵਧੀਆ ਬਣਿਆ ਹੋਇਆ ਸੀ, ਤਖਤ ਸਿੰਘ ਦੇ ਵੇਲੇ ਤੋਂ, ਸਾਧੂ ਸਿੰਘ ਹਮਦਰਦ ਦੇ ਵੇਲੇ ਤੋਂ। ਅਤੇ ਪਰ ਉਹਨਾਂ ਦੀ ਜਿਹੜੀਆਂ ਗਜ਼ਲਾਂ ਜਦੋਂ ਉਦੋਂ ਆਉਂਦੀਆਂ ਸੀਗੀਆਂ ਕਿ ਉਹ ਜ਼ਿਆਦਾ ਇੱਕ ਰੂਪਕ ਪਕਿਆਈ ਵੱਲ ਨੂੰ ਬਹੁਤ ਧਿਆਨ ਸੀਗਾ ਉਹਨਾਂ ਦਾ, ਪਰ ਲੋਕਾਂ ਨੂੰ ਇੰਨਾ ਨਹੀਂ ਸੀ ਖਿੱਚਦੀਆਂ, ਪਰ ਇੱਕ ਗਜ਼ਲ ਦਾ ਮਾਹੌਲ ਉਹਨੇ ਜ਼ਰੂਰ ਬਣਾ ਦਿੱਤਾ ਉਦੋਂ। ਅਤੇ ਜਦੋਂ ਮੈਂ ਇੱਥੇ ਇੰਗਲੈਂਡ ਆ ਗਿਆ 85 ਵਿੱਚ, ਅਤੇ ਉਸ ਤੋਂ ਬਾਅਦ ਮੈਂ ਇੱਥੇ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਵਿੱਚ ਗਿਆ ਜੀ, ਅਤੇ ਉੱਥੇ ਤਕਰੀਬਨ ਹਮੇਸ਼ਾ ਗਜ਼ਲ ਦੀਆਂ ਬਾਰੀਕੀਆਂ ਬਾਰੇ ਗੱਲ ਹੁੰਦੀ ਸੀ। ਅਤੇ ਉੱਥੇ ਖਾਸ ਤੌਰ 'ਤੇ ਗੁਰਦਾਸ ਸਿੰਘ ਪਰਮਾਰ ਜੀ ਹੁੰਦੇ ਸੀਗੇ ਅਤੇ ਅਜੀਬ ਸਾਹਿਬ, ਅਤੇ ਉਦੋਂ ਫਿਰ ਮੇਰਾ ਵੀ ਥੋੜ੍ਹਾ ਜਿਹਾ ਧਿਆਨ ਇੱਧਰ ਨੂੰ ਗਿਆ। ਅਤੇ ਉਹਦਾ ਦੂਸਰਾ ਕਾਰਨ ਮੇਰਾ ਇਹ ਵੀ ਸੀਗਾ ਕਿ ਮੈਂ ਜਦੋਂ ਆਪਣੇ ਆਪ ਨੂੰ ਪਿਛਾਂਹ ਵੇਖਦਾ ਕਿ ਗਜ਼ਲ ਲਿਖਣ ਦਾ ਜਿਹੜਾ ਕਾਰਨ ਹੈ ਉਹ ਇੱਕ ਜਿਹੜੀ ਜ਼ਿੰਦਗੀ ਹੈ ਮੈਨੂੰ ਖਾਸ ਤੌਰ 'ਤੇ ਕਿ ਟੁਕੜਿਆਂ 'ਚ ਹੀ ਮਿਲੀ ਹੈ। ਜਿਵੇਂ ਸੁੱਖ ਦੁੱਖ ਵੀ ਸਦਾ ਦੁੱਖ ਹੀ ਨਹੀਂ ਰਹੇ ਅਤੇ ਸਦਾ ਸੁੱਖ ਹੀ ਨਹੀਂ ਰਹੇ, ਕਿ ਹਮੇਸ਼ਾ ਟੁਕੜਿਆਂ ਵਿੱਚ ਜਿਉਂਦੇ ਆਪਾਂ। तो टुकड़ियां वाली गल्लां छोटे छोटे टुकड़ियां विच गज़ल दे शेरां दे विच करके, क्योंकि गज़ल दा जिहड़ा हर शेर हुंदा अपने आप च मुकम्मल है। बिल्कुल बिल्कुल सही जिहड़ा तुसीं
ਖਿਆਲ ਉਹਦੇ ਚ ਪ੍ਰਗਟ ਕਰਨਾ ਹੁੰਦਾ ਹੈ ਉਹ ਸ਼ੇਅਰ ਦੇ ਵਿੱਚ ਉਹ ਆਪਣੇ ਆਪ ਵਿੱਚ ਉਹਦੇ ਚ ਮੁਕੰਮਲ ਆਪਣੇ ਆਪ 'ਚ ਬਿਲਕੁਲ ਮੁਕੰਮਲ ਹੈ। ਹਰ ਸ਼ੇਰ ਆਪਣੇ ਆਪ 'ਚ ਇੱਕ ਮੁਕੰਮਲ ਹੈ, ਇੱਕ ਵੱਖਰਾ ਰੰਗ ਹੈ, ਪਰ ਇਸ ਦਾ ਮਤਲਬ ਇਹ ਵੀ ਹੈ ਨਹੀਂ ਕਿ ਇਹਦਾ ਇੱਕ ਸੂਤਰ ਹੈ ਨਹੀਂ ਪੂਰੀ ਗਜ਼ਲ ਦਾ, ਪਰ ਇੱਕ ਸੁਭਾਅ ਤੇ ਇੱਕ ਰੰਗ ਤੇ ਜ਼ਰੂਰ ਹੈ। ਇਹ ਨਹੀਂ ਕਿ ਆਪਾਂ ਇੱਕ ਸ਼ੇਰ ਹਾਸ ਰਸ ਹੈ ਤੇ ਦੂਸਰਾ ਰੋਣ ਜਾਂ ਰੋਣ ਧੋਣ ਦੀ ਗੱਲ ਹੈ, ਤੇ ਪਰ ਇਹਦੇ ਇੱਕ ਜਿਹੜੇ ਇੱਕ ਸੂਤਰ ਜ਼ਰੂਰ ਹੈਗਾ ਇਹਦਾ। ਤੇ ਪਰ ਮੈਨੂੰ ਗਜ਼ਲ ਮੈਨੂੰ ਬਹੁਤ ਸੂਟ ਕੀਤੀ, ਆਪਣੇ ਜਿਹੜੇ ਮੇਰੇ ਆਪਣੇ ਜਜ਼ਬੇ ਆ ਉਹਨਾਂ ਲਈ ਮੈਨੂੰ ਲੱਗਿਆ ਕਿ ਇਹੀ ਇੱਕ ਵਧੀਆ ਤਰੀਕਾ ਕਿ ਮੈਂ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦਾ, ਦੱਸ ਸਕਦਾ ਜਾਂ ਪਹੁੰਚ ਸਕਦਾ। ਤੇ ਨਾਲ ਹੀ ਤੇ ਮੈਨੂੰ ਜਿਵੇਂ ਪਹਿਲੀਆਂ 2-4 ਗਜ਼ਲਾਂ ਲਿਖੇ ਤੇ ਮੈਨੂੰ ਉਹਦਾ ਰਿਸਪੌਂਸ ਵੀ ਬਹੁਤ ਵਧੀਆ ਮਿਲਿਆ। ਤੇ ਕਵਿਤਾ ਸ਼ਾਇਦ ਜਦੋਂ ਤੁਸੀਂ ਗੱਲ ਕੀਤੀ ਹੈ ਸਾਧੂ ਸਿੰਘ ਹਮਦਰਦ ਦੀ, ਤਖਤ ਸਿੰਘ ਦੀ ਤੁਸੀਂ ਗੱਲ ਕੀਤੀ, ਹਾਂਜੀ, ਕਿਉਂਕਿ ਮੈਂ ਉਹਨਾਂ ਨੂੰ ਬੜਾ ਨੇੜਿਓਂ ਵੇਖਿਆ। ਤਖਤ ਸਿੰਘ ਇੱਥੇ ਇੰਗਲੈਂਡ ਵੀ ਆਏ ਸੀ, ਇੱਥੇ ਵੀ ਮਿਲਦੇ ਸੀ। ਸਾਧੂ ਸਿੰਘ ਨਾਲ ਤਾਂ ਬਹੁਤ ਜ਼ਿਆਦਾ, ਸਾਧੂ ਸਿੰਘ ਹਮਦਰਦ ਉਹਨਾਂ ਦੇ ਨਾਲ ਬੜੀ ਨੇੜਤਾ ਸੀ ਮੇਰੀ। ਉਹ ਵੀ ਇੱਥੇ ਆ ਗਏ ਨੇ ਇੱਕ ਵਾਰ, ਛਪਦਾ ਵੀ ਸੀ ਉਹਨਾਂ ਦੇ ਪੇਪਰ 'ਚ ਅਜੀਤ ਵਿੱਚ। ਔਰ ਮੈਂ ਸਮਝਦਾ ਕਿ ਉਹਨਾਂ ਦੀ ਜਿਹੜੀ ਗਜ਼ਲ ਸੀ ਇਸ ਗੱਲੋਂ ਵੱਖਰੀ ਸੀ ਕਿ ਉਹ ਸ਼ੁਰੂਆਤ ਸੀਗੀ ਪੰਜਾਬੀ ਗਜ਼ਲ ਦੀ ਉਸ ਖੇਤਰ ਦੇ ਵਿੱਚ। ਹਾਂਜੀ, ਔਰ ਦੂਸਰੇ ਉਹਨਾਂ ਦੀ ਜਿਹੜੀ ਗਜ਼ਲ ਸੀ ਉਹ ਇੱਕਦਮ ਸਮਝ ਆਉਣ ਵਾਲੀ ਸੀ। ਹਾਂਜੀ ਬਿਲਕੁਲ, ਬਹੁਤ ਸਰਲ ਭਾਸ਼ਾ ਵਿੱਚ ਉਹਨਾਂ ਲਿਖਿਆ ਸੀ। ਲੇਕਿਨ ਜਿਹੜਾ ਛੰਦਬੰਦ ਸੀਗਾ ਉਹ ਕਾਫੀਆ ਤੇ ਰਦੀਫ ਨੂੰ ਬੜੀ ਸ਼ਿੱਦਤ ਨਾਲ ਫੋਲੋ ਕਰਦੇ ਸੀ। ਹਾਂਜੀ ਬਿਲਕੁਲ, ਬਹੁਤ ਸਖਤ ਸੀਗੇ ਜੀ, ਬਹੁਤ ਸਖਤ ਸੀ ਇਸ ਮਾਮਲੇ 'ਚ। ਸਾਧੂ ਸਿੰਘ ਹਮਦਰਦ ਦੇ ਜਿਹੜੇ ਉਸਤਾਦ ਸੀਗੇ ਲੱਭੂ ਰਾਮ ਮਲਸਿਆਣੀ ਸੀ, ਜਿੱਥੋਂ ਤੱਕ ਮੈਨੂੰ ਪਤਾ ਹੈ। ਹਾਂਜੀ ਬਿਲਕੁਲ। ਔਰ ਤਖਤ ਸਿੰਘ ਦੇ ਨਾਲ ਇੱਥੇ ਇੰਗਲੈਂਡ ਵਿੱਚ ਵੀ ਮੈਂ ਇੰਟਰਵਿਊ ਕੀਤਾ ਸੀ, ਮੈਨੂੰ ਕਿਤੇ ਲੱਭਦੀ ਨਹੀਂ ਉਹ। ਅੱਛਾ। ਤੇ ਉਹਨਾਂ ਦਾ ਤਾਂ ਇਹ ਸੀਗਾ ਕਿ ਪੰਜਾਬੀ 'ਚ ਆਪਣੇ ਆਪ 'ਚ ਇੰਨੀ ਸਮਰੱਥਾ ਆ ਕਿ ਤੁਹਾਨੂੰ ਉਰਦੂ ਵਿੱਚੋਂ ਸ਼ਬਦ ਲੈਣ ਦੀ ਜ਼ਰੂਰਤ ਹੀ ਨਹੀਂ। ਹਾਂ ਬਿਲਕੁਲ। ਉਹਦੇ ਉਲਟ ਜਿਹੜੇ ਚੰਗੇ ਗਜ਼ਲਕਾਰ ਹੋਰ ਪੰਜਾਬੀ ਦੇ ਹੈਗੇ ਆ, ਮਤਲਬ ਜਗਤਾਰ ਸੀਗਾ, ਜਗਤਾਰ ਕਪੀਹਾ, ਉਹਨਾਂ ਨੇ ਕਿਹਾ ਸੀਗਾ ਕਿ ਕੋਈ ਹਰਜ ਨਹੀਂ ਅਗਰ ਤੁਸੀਂ ਉਰਦੂ ਦੇ ਵਿੱਚੋਂ ਲਫ਼ਜ਼ ਲੈ ਲਓ। ਹਾਂ ਬਿਲਕੁਲ ਬਿਲਕੁਲ। ਤੇ ਰਣਜੀਤ ਤੁਹਾਨੂੰ ਵੀ ਜ਼ਾਹਰ ਤੌਰ ਤੇ ਗਜ਼ਲ ਨਾਲ ਮਸ ਹੋਏਗਾ, ਪਤਾ ਨਹੀਂ ਤੁਸੀਂ। ਮੈਂ ਗਜ਼ਲ ਲਿਖੀ ਹੈ ਜੀ, ਮੈਂ ਗਜ਼ਲ ਪ੍ਰੋਪਰ ਸਿੱਖੀ ਹੈ ਆਪਣੇ ਸ਼ੁਰੂ ਦੇ ਦਿਨਾਂ ਵਿੱਚ, ਗਜ਼ਲ ਲਿਖੀ ਵੀ ਗਜ਼ਲ ਤੇ ਥੋੜਾ ਮੈਂ ਜਦੋਂ ਜ਼ਿਆਦਾ ਤੋਲ ਤਕਾਨ ਦੇ ਚੱਕਰ 'ਚ ਪੈਂਦੇ ਮੈਂ ਉਹਦੇ ਵਿੱਚ ਨਹੀਂ ਪੈਂਦਾ, ਤੇ ਪਰ ਮੈਨੂੰ ਗਜ਼ਲ ਬਹੁਤ ਵਧੀਆ ਲੱਗਦੀ। ਕਿਉਂਕਿ ਉਹਦੇ ਫਲਾਇਨ ਫਲਾਤੂਨ ਫਲਾਇਨ ਉਹ ਜੋ ਇਸ ਤਰ੍ਹਾਂ ਦਾ ਹੈ ਨਾ, ਉਹ ਮੈਨੂੰ ਮੈਂ ਉਹ ਤੋਂ ਬਿਨਾਂ ਜਿਹੜੀ ਗਜ਼ਲ, ਪਰ ਗਜ਼ਲ ਹੈ ਜਿਹੜੀ ਉਹ ਇੱਕ ਨੇਮ ਵਿੱਚ ਬੱਝੀ ਹੋਈ ਹੁੰਦੀ ਹੈ। ਹਾਂ ਨੇਮ ਵਿੱਚ ਬੱਝੀ ਹੋਈ ਹੈ, ਪਰ ਉਹ ਜਿਹੜਾ ਅੱਗੇ ਨੇਮ ਹੈ ਨਾ, ਜਿਵੇਂ ਸਾਧੂ ਸਿੰਘ ਹਮਦਰਦ ਤੇ ਤਖਤ ਸਿੰਘ, ਉਹ ਦੋਨੇ ਨੇਮ ਦੇ ਧਨੀ ਸੀ, ਪਰ ਫਿਰ ਵੀ ਇੱਕ ਦੂਜੇ ਵਿੱਚ ਨੁਕਸ ਕਰਦੇ ਸੀ। ਮੇਰਾ ਖਿਆਲ ਹੈ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਤੱਕੜੀ ਲੈ ਕੇ ਨਹੀਂ, ਮੈਂ ਤੱਕੜੀ ਲੈ ਕੇ ਰਿਹਾ ਨਹੀਂ ਹੈ। ਮੈਨੂੰ ਜਿਹੜੇ ਬੇਸਿਕ ਗੱਲ ਹੈ ਕਿ ਇੱਕ ਤਾਂ ਨੇਮ ਵਿੱਚ ਬੱਝੀ ਹੁੰਦੀ ਗਜ਼ਲ, ਹਰ ਗਜ਼ਲ ਦਾ ਸ਼ੇਰ ਪਹਿਲੇ ਸ਼ੇਰ ਨਾਲ ਜੁੜਿਆ ਹੁੰਦਾ, ਸ਼ੇਰ ਇੰਡੀਪੈਂਡੈਂਟ ਵੀ ਹੁੰਦਾ, ਹਰ ਗਜ਼ਲ ਪਹਿਲੇ ਸ਼ੇਰ ਦਾ ਜ਼ਰੂਰ ਜੁੜਿਆ ਹੁੰਦਾ, ਉਹ ਸੂਤਰਤਾਰ ਉਹ ਪਹਿਲਾ ਸ਼ੇਰ ਸੂਤਰਤਾਰ ਦਾ ਸੂਤਰ ਹੁੰਦਾ ਉਹਦੇ ਵਿੱਚ, ਯਾਨੀ ਮਤਲਬ ਜਿਹੜਾ ਫਿਰ ਮਤਲਬ ਲੈ ਕੇ ਮਕਤੇ ਜਿਹੜੇ ਹੈਗੇ ਨਾ, ਮਤਲਬ ਹਰ ਚੀਜ਼ ਜੁੜੀ ਹੁੰਦੀ ਹੈ। ਤੇ ਮੈਂ ਬਿਲਕੁਲ ਗਜ਼ਲ ਪੜ੍ਹੀ ਆ, ਮੈਂ ਸਿੱਖੀ ਹੈ ਤੇ ਮੈਂ ਲਿਖੀ ਵੀ ਹੈ, ਪਰ ਕਿਉਂਕਿ ਮੇਰਾ ਜਿਹੜਾ ਮੇਨ ਪ੍ਰੋਜ਼ ਵੱਲ ਨੂੰ ਮੇਰਾ ਧਿਆਨ ਰਿਹਾ, ਪਰ ਮੇਰੀ ਪਹਿਲੀ ਕਿਤਾਬ ਕਵਿਤਾ ਦੀ ਸਿਰਫ ਗਜ਼ਲਾਂ ਸੀਗੀਆਂ। ਸਭ ਤੋਂ ਪਹਿਲੀ ਕਿਤਾਬ ਮੇਰੀ, ਪਹਿਲੀ ਕਿਤਾਬ ਦਾ ਕੀ ਨਾਮ ਸੀ? ਸਭ ਤੋਂ ਪੈਰਾਂ ਦੀ ਉਡੀਕ। ਅੱਛਾ, ਉਹ ਯੈਸ, ਮੇਰੇ ਕੋਲ ਹੈਗੀ ਕਿਤਾਬ। ਇਹ ਮੈਂ ਨਾ ਉਹ ਜਿਹੜੀ ਕਿਤਾਬ ਸੀ ਮੇਰੀ, ਉਹ ਉਹਦੇ ਵਿੱਚ ਗਜ਼ਲਾਂ ਵੀ ਸੀ, ਉਹ ਕਵਿਤਾਵਾਂ ਵੀ ਸੀ, ਬਲਕਿ ਮੇਰੀ ਜਿਹੜੀ ਸ਼ੁਰੂਆਤ ਹੈ ਕਵਿਤਾ ਤੋਂ ਹੋਈ, ਮੈਂ ਕਵਿਤਾ ਲਿਖਣੀ ਸ਼ੁਰੂ ਕੀਤੀ ਪਹਿਲਾਂ। ਠੀਕ ਹੈ, ਇਹ ਆਮ ਤੌਰ ਤੇ ਦੇਖਿਆ ਹੋਇਆ ਈਵਨ ਨਾਨਕ ਸਿੰਘ ਨੇ ਵੀ ਪਹਿਲਾਂ ਕਵਿਤਾ ਲਿਖੀ ਸੀ। ਬਿਲਕੁਲ, ਮੇਰਾ ਖਿਆਲ ਕਿ ਰਾਈਟਰ ਦੀ ਜਿਹੜੀ ਸ਼ੁਰੂਆਤ ਆ ਉਹ ਕਵਿਤਾ ਤੋਂ ਹੁੰਦੀ ਹੈ, ਤੇ ਜੇ ਤਾਂ ਉਹ ਕਵਿਤਾ ਉਹਨਾਂ ਲਿਖਦੀ ਹੈ, ਇੱਕ ਉਹਨਾਂ ਪ੍ਰੋਜ਼ ਲਿਖਦੀ ਹੈ, ਕਹਾਣੀ ਲਿਖਦੀ ਹੈ, ਤੇ ਮੇਰੇ ਨਾਲ ਜਿਹੜੀ ਮੇਰੀ ਗੱਲ ਕਹਾਣੀ ਵਿੱਚ ਬਣੀ ਉਹ ਕਵਿਤਾ ਵਿੱਚ ਨਹੀਂ ਬਣੀ, ਤੇ ਮੈਨੂੰ ਵੀ ਆਪਣੇ ਆਪ ਨੂੰ ਲੱਗਣ ਲੱਗ ਪਿਆ ਵੀ। ਪਰ ਸਾਡੇ ਕਿਉਂਕਿ ਸਾਡਾ ਜਿਹੜਾ ਸਮਾਜ ਹੈ, ਸਾਡਾ ਜਿਹੜਾ ਭਾਈਚਾਰਾ, ਸਾਡਾ ਜਿਹੜੀ ਪੰਜਾਬੀਅਤ ਹੈ ਔਰ ਪੰਜਾਬੀ ਮਾਹੌਲ ਹੈ, ਇਹ 'ਚ ਕਵਿਤਾ ਹੈਗੀ ਵੀ ਬਹੁਤ, ਬਲਕਿ ਭਾਰਤੀ ਮਾਹੌਲ ਵਿੱਚ ਕਵਿਤਾ ਬਹੁਤ ਸਾਰੇ ਜਨਮ ਤੋਂ ਲੈ ਕੇ ਜਿਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਉਹ ਕਵਿਤਾ ਵਿੱਚ ਨੇ। ਅੱਛਾ, ਫਿਰ ਜਿਹੜੀਆਂ ਧਾਰਮਿਕ ਕਿਤਾਬਾਂ ਉਹ ਵੀ ਸਾਰੀਆਂ ਕਵਿਤਾ ਦੇ ਵਿੱਚ ਆ। ਫਿਰ ਸਾਡੇ ਲੋਕ ਗੀਤ ਇੰਨੇ ਸਟਰੋਂਗ ਆ, ਉਹ ਕਵਿਤਾ ਵਿੱਚ ਨੇ। ਸਾਡੀ ਜਿਹੜੀ ਗੁਰਬਾਣੀ ਹੈ ਸਾਥੀ ਸਾਹਿਬ, ਇਹਦਾ ਇੰਨਾ ਪ੍ਰਭਾਵ ਵੀ ਇਹਦਾ ਕਵਿਤਾ ਕਰਕੇ ਹੈ। ਬਾਕੀ ਜਿਹੜੇ ਦੂਸਰੇ ਗ੍ਰੰਥ ਨੇ ਮੈਂ ਉਹਨਾਂ ਦੀ ਜਿਵੇਂ ਛੋਟੇ ਕਰਕੇ ਨਹੀਂ ਵੇਖਦਾ, ਉਹ ਵੀ ਆਪਣੀ ਥਾਂ ਬਹੁਤ ਵੱਡੇ ਨੇ, ਪਰ ਜਿਹੜਾ ਇਹਦਾ ਅਸਰ ਸਿੱਧਾ ਤੁਹਾਡੇ ਦਿਲ ਤੇ ਪੈਂਦਾ ਉਹ ਕਵਿਤਾ ਕਰਕੇ, ਗੁਰੂ ਨਾਨਕ ਸਾਹਿਬ ਕਰਕੇ, ਫਰੀਦ ਕਰਕੇ, ਜਾਂ ਇਸੇ ਕਰਕੇ ਮੈਂ ਕਹਿੰਦਾ ਕਿ ਸਾਡਾ ਜਿਹੜਾ ਆਲਾ ਦੁਆਲਾ ਪੰਜਾਬੀਆਂ ਦਾ ਉਹ ਕਵਿਤਾ ਵਾਲਾ ਹੀ। ਬਿਲਕੁਲ, ਇਸ ਕਰਕੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਤੁਸੀਂ ਕਵਿਤਾ ਵੱਲ ਵਧੇਰੇ ਰੁਚਿਤ ਹੋ। ਇਨ ਮਾਈ ਓਨ ਕੇਸ ਮੈਂ ਪਹਿਲਾਂ ਜ਼ਿਆਦਾ ਕਵਿਤਾ ਹੀ ਲਿਖਦਾ ਸੀ, ਪਰ ਫਿਰ ਮੇਰਾ ਰੁਝਾਨ ਵੀ ਫਿਰ ਤੁਹਾਡੇ ਵਾਂਗ ਬਹੁਤ ਛੇਤੀ, ਬਲਕਿ ਬਹੁਤ ਅਰਲੀ ਏਜ ਦੇ ਵਿੱਚ ਹੀ ਵਾਰਤਕ ਵੱਲ ਚਲੇ ਗਿਆ ਸੀ, ਤਾਂ ਜੋ ਸਾਡੇ ਜਿਹੜੇ ਦਰਸ਼ਕ ਹੈਗੇ ਨੇ ਉਹ ਸਮਝ ਸਕਣ ਕਿ ਤੁਸੀਂ ਕਿਹੋ ਜਿਹੀ ਗਜ਼ਲ ਲਿਖਦੇ ਹੋ।
ਤੁਸੀਂ ਕੁਝ ਸ਼ੇਰ ਆਪਣੀ ਗਜ਼ਲ ਦੇ ਸੁਣਾਓ। हाँ मैं एक गज़ल के कुछ शेर पढ़ देना पहला। हाँ जी वो इस तरह जी कि दर दर भटकदा मैं इत्थे अखीर आया, दर दर भटकदा मैं इत्थे अखीर आया ते कागज़ां च लैके अपनी ज़मीर आया, ਵਾਹ ਜੀ तैनों भी मिलन अज मैं लैके शरीर आया, खुद नूं तां मैं दरां दे बाहर ही चीर आया। ਵਾਹ ਜੀ ਵਾਹ। एक दो शेर होर ने साथी जी। कुछ पुरखियां तो डरदा, कुछ वारसां तो लुकदा, कुछ पुरखियां तो डरदा, कुछ वारसां तो लुकदा, मैं रिश्तियां च वाह के हल्की लकीर आया, ਵਾਹ ਵਾਹ। हुंदी जे लचक फिर मैं धुनखी ही बनदा शायद, ਯੈਸ हुंदी जे लचक फिर मैं धुनखी ही बनदा शायद, ये फैसला नहीं मेरा बन के जो तीर आया। बहुत 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 अच्छी चीज़ लगी है ਇਹਦਾ ਮਕਤਾ ਹੈ ਸਾਥੀ ਜੀ ਕਿ ਜੀ। ਅੱਛਾ ਚੱਲਿਆ ਜਿੱਥੇ ਅੱਜ ਤੋਂ ਸਿਹਰਾ ਵੀ ਉੱਥੇ ਹੋਣਾ। ਮੈਂ ਪਹਿਲੀ ਕਿਤਾਬ ਵਿੱਚ ਆਪਣਾ ਜਿਹੜਾ ਤਖੱਲਸ ਜਾਂ ਮੇਰਾ ਸਰ ਨੇ ਮੈਂ ਵਰਤਿਆ ਨਹੀਂ, ਇਹਦੇ ਵਿੱਚ ਮੈਂ ਜ਼ਿਆਦਾ ਵਰਤਿਆ। ਚੱਲਿਆ ਜਿੱਥੇ ਅੱਜ ਤੋਂ ਸਿਹਰਾ ਵੀ ਉੱਥੇ ਹੋਣਾ, ਸਮਝੀ ਨਾ ਜਾ ਕੇ ਉੱਥੇ ਇੱਕ ਤੂੰ ਹੀ ਮੀਰ ਆਇਆ। ਬਹੁਤ 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 ਅੱਛਾ। ਕਿਉਂਕਿ ਜਿਹੜਾ ਮਕਤਾ ਹੁੰਦਾ ਉਹਦੇ ਵਿੱਚ ਤਖੱਲਸ ਤੁਹਾਡਾ ਆਉਂਦਾ। ਹਾਂਜੀ ਬਸ ਇੱਥੇ ਪਹਿਲਾਂ ਬੜੇ ਵਧੀਆ ਸ਼ਾਇਰ ਨੇ ਸੋਹਣ ਰਾਹੀ ਹੁਣੀ ਵੀ, ਹਾਂਜੀ ਉਹਨਾਂ ਨਾਲ ਵੀ ਇਹਦੇ ਬਾਰੇ ਗੱਲ ਹੋਈ ਸੀ। ਕਈ ਵਾਰੀ ਉਹ ਲਿਖਦੇ ਨੇ ਰਾਹੀ, ਕਈ ਵਾਰੀ ਉਹ ਨਹੀਂ ਲਿਖਦੇ, ਔਰ ਇਹ ਜ਼ਰੂਰੀ ਵੀ ਨਹੀਂ ਹੁੰਦਾ ਵੈਸੇ ਤਾਂ। ਪਰ ਜਦੋਂ ਕੁਝ ਲੋਕ ਸੋਚਦੇ ਆ ਕਿ ਅਗਰ ਤੁਸੀਂ ਮਕਤਾ ਲਿਖੋਗੇ ਇਹਦਾ ਮਤਲਬ ਇਹ ਤੁਹਾਡਾ ਵਿਅਕਤਿਤਵ ਆ ਜਿਹੜਾ ਨਾ ਉਹਦੀ ਮੋਹਰ ਲੱਗ ਜਾਂਦੀ ਤੁਹਾਡੀ। ਹਾਂਜੀ ਹਾਂਜੀ। ਤੇ ਹਰਜੀਤ ਤੁਸੀਂ ਕੁਝ ਸੁਣਾਓ ਗੱਲ ਚੀਜ਼ ਜਿਹੜੀ ਗਜ਼ਲ ਸੁਣਾਉਂ ਤੁਹਾਨੂੰ ਮੈਂ। ਇਹ ਪੰਜਾਬੀ ਵਿੱਚ ਹੈ ਕਿ ਹਿੰਦੀ ਵਿੱਚ? ਪੰਜਾਬੀ ਕਿਉਂਕਿ ਤੁਸੀਂ ਕਹਿੰਦੇ ਕਿ ਹਿੰਦੀ ਵਿੱਚ ਵੀ ਲਿਖਿਆ। ਹਾਂ ਮੈਂ ਇਹ ਪੰਜਾਬੀ ਚ ਹੈ ਗਜ਼ਲ ਜੀ। ਕੋਈ ਥੋੜੀ ਸ਼ੇਰ। ਇੱਕ ਸਮਾਂ ਸੀ ਤੇਰਾ ਘਰ ਸੀ ਮੇਰਾ ਘਰ, ਵਾਹ। ਇੱਕ ਸਮਾਂ ਸੀ ਤੇਰਾ ਘਰ ਸੀ ਮੇਰਾ ਘਰ, ਇੱਕ ਸਮਾਂ ਸੀ ਖੋਲ੍ਹਣਾ ਹੋਇਆ ਤੈਥੋਂ ਦਾ। ਵਾਹ ਬਿਊਟੀਫੁਲ। ਇੱਕ ਸਮਾਂ ਸੀ ਖੋਲ੍ਹਣਾ ਹੋਇਆ ਤੈਥੋਂ ਦਾ, ਇੱਕ ਸਮਾਂ ਸੀ ਉਮਰਾਂ ਲੰਘੀ ਪੱਬਾਂ ਭਰ, ਇੱਕ ਸਮਾਂ ਸੀ ਉਮਰਾਂ ਲੰਘੀ ਪੱਬਾਂ ਭਰ, ਇੱਕ ਸਮਾਂ ਸੀ ਦਿਸ ਪੈਣ ਤੋਂ ਲੱਗੇ ਡਰ। ਵਾਹ। ਇੱਕ ਸਮਾਂ ਸੀ ਦਿਸ ਪੈਣ ਤੋਂ ਲੱਗੇ ਡਰ, ਸੁਪਨ ਮੰਡੀ ਵਿੱਚ ਉਹਨੂੰ ਨੀਂਦ ਵੀ ਆਈ ਨਾ, ਸੁਪਨ ਮੰਡੀ ਵਿੱਚ ਉਹਨੂੰ ਨੀਂਦ ਵੀ ਆਈ ਨਾ, ਦੋਸ਼ ਦੇਵੇ ਦੇਵੇ ਉਹ ਸਰੰਗੇ ਸਰ। ਵਾਹ ਵਾਹ। ਦੋਸ਼ ਦੇਵੇ ਦੇਵੇ ਉਹ ਸਰੰਗੇ ਸਰ, ਆਪਣਿਆਂ ਦੇ ਚਾਕੂ ਤੇ ਨਾ ਤੇਰਾ ਦੋਸਤ, ਆਪਣਿਆਂ ਦੇ ਚਾਕੂ ਤੇ ਨਾ ਤੇਰਾ ਦੋਸਤ, ਵੈਰੀ ਕੂਕੇ ਗਲੀ ਗਲੀ ਉਹਦਾ ਕੀ ਡਰ। ਵਾਹ ਵਾਹ ਕੀ ਬਾਤ। ਵਾਹ। ਵੈਰੀ ਕੂਕੇ ਗਲੀ ਗਲੀ ਉਹਦਾ ਕੀ ਡਰ। ਇਹਦਾ ਮਤਲਬ ਹੈ ਆਖਰੀ ਸ਼ੇਰ ਆਈ ਇਰਸ਼ਾਦ। ਮਕਤਾ ਮਕਤਾ। ਵਕਤ ਨੇ ਬਹੁਤ ਸਿਖਾਏ ਜਰਬਾਂ ਜਮਾ ਘਟਾ, ਵਕਤ ਨੇ ਬਹੁਤ ਸਿਖਾਏ ਜਰਬਾਂ ਜਮਾ ਘਟਾ, ਵਾਹ। ਜੋਗੀ ਸਫ਼ਰ ਲਈ ਚਾਹੀਦਾ ਤਾਂ ਲੋਟਾ ਤੇ ਚਾਦਰ, ਲੋਟਾ ਤੇ ਚਾਦਰ। ਜੋਗੀ ਸਫ਼ਰ ਲਈ ਚਾਹੀਦਾ ਤਾਂ ਲੋਟਾ ਤੇ ਚਾਦਰ। ਥੈਂਕ ਯੂ। ਵਾਹ ਬਹੁਤ ਅੱਛਾ ਬਹੁਤ ਅੱਛਾ। ਤੁਸੀਂ ਹਰਜੀਤ ਉੱਥੋਂ BA LLB ਕਰਕੇ ਆਏ ਆ ਤੇ ਨਵੇਂ ਸ਼ਹਿਰ ਦੀਆਂ ਕਚਹਿਰੀਆਂ ਦੇ ਵਿੱਚ ਤੁਸੀਂ ਬਤੌਰ ਵਕੀਲ ਦੇ ਵੀ ਹਾਂ ਮੈਂ 2 ਸਾਲ ਵਕਾਲਤ ਕੀਤੀ ਉੱਥੇ। 2 ਸਾਲ ਉੱਥੇ ਵਕਾਲਤ ਕੀਤੀ ਹੈ, ਫਿਰ ਤੁਸੀਂ ਇੱਥੇ ਆ ਗਏ। ਇੱਥੇ ਕਦੇ ਲੀਗਲ ਪ੍ਰੋਫੈਸ਼ਨ ਵਿੱਚ ਜਾਣ ਦੀ ਤੁਸੀਂ ਕਦੇ ਸੋਚਿਆ, ਕੋਸ਼ਿਸ਼ ਕੀਤੀ? ਮੈਂ ਮਤਲਬ ਕੋਸ਼ਿਸ਼ ਕੀਤੀ ਪਹਿਲੀਆਂ ਵਿੱਚ। ਮੈਂ ਜਦੋਂ ਮੈਂ ਆਇਆ ਥੋੜ੍ਹਾ ਉਦੋਂ ਸਿਸਟਮ ਬਦਲ ਗਿਆ ਸੀ, ਬੜੀ ਲੰਬੀ ਉਹ ਥੋੜ੍ਹੀ ਜਿਹੀ ਟੈਕਨੀਕਲ ਜਿਹੀ ਗੱਲ ਆ। ਪਹਿਲਾਂ ਸਾਨੂੰ ਹੁਣ ਤਾਂ ਬਾਅਦ ਵਿੱਚ ਕਹਿੰਦੇ ਬਹੁਤ ਸੌਖਾ ਕਰਤਾ ਕਿ ਅਸੀਂ ਆ ਕੇ ਸਿੱਧੇ ਪ੍ਰੈਕਟਿਸ ਕਰ ਸਕਦੇ ਹਾਂ। ਉਦੋਂ ਸਾਨੂੰ ਦੁਬਾਰਾ ਐਗਜ਼ਾਮ ਦੇਣੇ ਪੈਂਦੇ ਸੀ, ਦੁਬਾਰਾ ਕਰਨੇ ਪੈਂਦੇ ਸੀ। ਅਤੇ ਮੈਂ ਜਦੋਂ ਮੈਨੂੰ ਪਹਿਲਾਂ ਇੱਥੇ ਬਾਰ ਐਟ ਲਾਅ ਲਈ ਐਡਮਿਸ਼ਨ ਮਿਲ ਗਿਆ ਸੀ ਗ੍ਰੇਜ਼ ਇਨ ਦੇ ਵਿੱਚ, ਅਤੇ ਮੇਰੇ ਕੋਲ ਪੈਸੇ ਹੈ ਨਾ ਸੀ, ਅਤੇ ਮੈਨੂੰ ਜਿਸ ਬੰਦੇ ਨੇ ਸੱਦਿਆ ਸੀ ਉਹਨੇ ਮੈਨੂੰ ਮੇਰੀ ਸਪੋਰਟ ਨਾ ਕਰ ਸਕਿਆ, ਜਿਹਨੇ ਮੇਰੀ ਹੈਲਪ ਕਰਨੀ ਸੀ। ਅਤੇ ਫਿਰ ਮੈਂ ਫਿਰ ਮੈਨੂੰ ਪੋਸਟ ਆਫਿਸ ਜੋਬ ਮਿਲ ਗਈ, ਅਤੇ ਮੈਂ ਦੁਬਾਰਾ ਅਗਲੇ ਪੈਸੇ ਜਮ੍ਹਾਂ ਕਰਕੇ ਗਿਆ ਗ੍ਰੇਜ਼ ਇਨ ਦੇ ਵਿੱਚ ਦੁਬਾਰਾ। ਕਹਿੰਦੇ ਵੀ ਤੂੰ ਯੂ ਆਰ ਨਾਟ ਲਾਇਰ ਨਾਓ, ਪੋਸਟਲ ਵਰਕਰ ਹਾਂ ਵੀ ਤੂੰ ਲਾਇਰ ਨਹੀਂ ਹੈ। ਫਿਰ ਉਦੋਂ 78 ਵਿੱਚ 77 ਦੀ ਗੱਲ ਹੈ,
78 ਵਿੱਚ ਇਹਨਾਂ ਨੇ ਕੁਝ ਉਹਦੇ ਵਿੱਚ ਚੇਂਜਸ ਲੀਗਲ ਸਿਸਟਮ ਵਿੱਚ ਚੇਂਜਸ ਕੀਤੇ ਸੀ ਆਪਣੇ ਸੋਲਿਸਿਟਰ ਬਣਨ ਵਿੱਚ, ਬਰਿਸਟਰ ਬਣਨ ਵਿੱਚ। ਉਹਦੀ ਮਾਰ ਵਿੱਚ ਆ ਕੇ ਮੈਨੂੰ ਫਿਰ ਦੁਬਾਰਾ ਸ਼ੁਰੂ ਕਰਨਾ ਪੈਣਾ ਸੀ। ਔਰ ਉਸ ਤੋਂ ਬਾਅਦ ਮੈਂ ਜਲਦੀ ਬਿਜ਼ਨਸ 'ਚ ਪੈ ਗਿਆ। ਜਿੰਨੇ ਵਕੀਲ ਕੋਲੋਂ ਕਮਾਉਂਦੇ ਸੀ ਮੈਂ ਕਮਾਉਣ ਲੱਗ ਪਿਆ, ਉਹ ਪੈਸੇ ਆਉਣ ਲੱਗ ਪਏ। ਬੇਸਿਕਲੀ ਜਿਹੜੀ ਆਰਥਿਕਤਾ ਹੈਗੀ ਆ ਉਹ ਆਰਥਿਕਤਾ ਪ੍ਰੈਸੀਡੈਂਟ ਲੈ ਲੈਂਦੀ ਹੈ। ਹਾਂ, ਫਿਰ ਉਹ ਮੈਨੂੰ ਲੱਗਿਆ ਕਿ ਮੈਂ ਹੁਣ ਫਿਰ ਦੁਬਾਰਾ ਮੈਂ ਕੋਸ਼ਿਸ਼ ਨਹੀਂ ਕੀਤੀ ਕਿ ਦੁਬਾਰਾ ਫਿਰ ਕਿਉਂਕਿ ਬਹੁਤ ਸਾਰੇ ਉਹਨਾਂ ਵੇਲਿਆਂ ਦੇ ਵਿੱਚ, ਕਿਉਂਕਿ ਤੁਸੀਂ 77 ਚ ਆਏ ਆ, ਮੈਂ ਕਿ ਥੋੜੀ ਜਿਹੀ ਪੁਰਾਣੀ ਗੱਲ ਕਰਨ ਲੱਗ ਪੈਣਾ, ਪਰ ਫਿਰ ਵੀ 77 ਦਾ ਵੀ ਦੌਰ ਬੜਾ ਸੰਘਰਸ਼ ਵਾਲਾ ਸੀਗਾ, ਔਰ ਤੁਸੀਂ ਉਸ ਸੰਘਰਸ਼ ਨੂੰ ਦੇਖਿਆ ਵੀ। ਔਰ ਇੱਕ ਤੁਹਾਡੀ ਕਿਤਾਬ ਹੈ 85 ਵਰਿਆਂ ਦਾ ਜਸ਼ਨ, ਜਿਹੜੇ ਤੁਸੀਂ ਆਪਣੇ ਪਿਤਾ ਜੀ ਦੀ ਜਿਹੜੀ ਜ਼ਿੰਦਗੀ ਸੀ ਸੰਘਰਸ਼ ਵਾਲੀ, ਉਹਦਾ ਤੁਸੀਂ ਜ਼ਿਕਰ ਕੀਤਾ ਸੀਗਾ। ਡੂ ਯੂ ਥਿੰਕ ਕਿ ਜਿਹੜੇ ਮੇਰੇ ਵਰਗੇ ਲੋਕ ਨੇ ਜਾਂ ਮੇਰੇ ਦੌਰ ਦੇ ਆਏ ਹੋਏ ਜਿਹੜੇ ਲੋਕ ਹੈ, ਉਹਨਾਂ ਨੂੰ ਹੋਰ ਐਕਸਪੋਜ਼ਰ ਮਿਲਣਾ ਚਾਹੀਦਾ ਕਿ ਉਹਨਾਂ ਨੇ ਕਿਹੋ ਜਿਹੀ ਜ਼ਿੰਦਗੀ ਗੁਜ਼ਾਰੀ? ਦੇਖੋ, ਇਹ ਤਾਂ ਬਿਲਕੁਲ ਮਿਲਣਾ ਚਾਹੀਦਾ, ਕਿਉਂਕਿ ਜਿਹੜੀ ਜ਼ਿੰਦਗੀ ਤੁਸੀਂ ਗੁਜ਼ਾਰੀ ਹੈ ਨਾ, ਅਸੀਂ ਤਾਂ ਉਹ ਦੁੱਖ ਦੇਖੇ ਹੀ ਨਹੀਂ ਹੈ ਇੱਥੇ ਆ ਕੇ ਸੈਟਲ ਹੋਣ ਦੇ। ਜਿਹੜੀਆਂ ਪ੍ਰੋਬਲਮਾਂ ਤੁਸੀਂ ਦੇਖੀਆਂ, ਅਸੀਂ ਤਾਂ ਜਦੋਂ 77 ਚ ਮੈਂ ਬੜੇ ਘਰ ਮਿਲ ਗਏ ਸਾਨੂੰ ਜੌਬ ਮਿਲ ਗਈ ਸਿੱਧੀ, ਸਾਨੂੰ ਸੁਸਾਇਟੀ ਵਿੱਚ ਤੁਸੀਂ ਆਪਣਾ ਜਗ੍ਹਾ ਮੋਕਲਾ ਬਣਾ ਲਈ ਸੀ। ਜਿਹੜਾ ਤੁਹਾਡਾ ਸੰਘਰਸ਼ ਸੀ ਬਹੁਤ ਜ਼ਿਆਦਾ ਸੀ ਉਸ ਵੇਲੇ। ਤੁਸੀਂ ਉਸ ਵੇਲੇ ਫਿਰ ਕਿਉਂਕਿ ਵੇ ਆਫ ਲਾਈਫ ਵੀ ਉਸ ਵੇਲੇ ਬੜੀ ਖਰਾਬ ਸੀ। ਸਾਡੇ ਹੁਣ ਤੱਕ ਬਹੁਤ ਵਧੀਆ, ਬਹੁਤ ਬਦਲ ਚੁੱਕਾ ਸੀ। ਬਿਲਕੁਲ 60 ਤੋਂ ਲੈ ਕੇ 77 ਤੱਕ 17 ਸਾਲ ਵਿੱਚ ਜ਼ਿੰਦਗੀ ਬਹੁਤ ਬਦਲ ਗਈ ਸੀ। ਬਹੁਤ ਬਦਲੀ ਸੀ ਕਿ ਸਾਨੂੰ ਹੋਰ ਕਿਸਮ ਦੀਆਂ ਮੁਸ਼ਕਲਾਂ ਸੀਗੀਆਂ। ਜਿਹੜਾ ਕਈ ਵਾਰੀ ਤੁਹਾਡੇ ਸੁਪਨੇ ਵੀ ਹੁੰਦੇ, ਤੁਸੀਂ ਲੈ ਕੇ ਆਉਂਦੇ ਜਿੱਦਾਂ ਮੈਂ ਇੱਥੇ ਆਪਣੇ ਨਾਵਲ 92 ਦੇ ਵਿੱਚ ਸਾਰੀ ਉਦੋਂ ਦੀ ਲਾਈਫ ਮੈਂ ਇਲਸਟ੍ਰੇਟ ਕੀਤੀ ਹੈ। ਆਪਣੇ ਨਾਵਲ 92 ਦੇ ਵਿੱਚ ਸਾਰੀ ਲਾਈਫ ਜਿਹੜੀ ਤੁਹਾਡੇ ਉਸ ਵੇਲੇ ਦੀ ਸੀ ਨਾ, ਸਾਰੀ ਇਲਸਟ੍ਰੇਟ ਨੂੰ ਸਮਝ ਕੇ ਜਾਣ ਕੇ ਕੀਤੀ ਮੈਂ ਇਲਸਟ੍ਰੇਟ। ਓਕੇ, ਕੋਈ ਇਹੋ ਜਿਹੀ ਤੁਹਾਡੇ ਕੋਲ ਕਵਿਤਾ ਵੀ ਹੋਏਗੀ ਜਿਹਦੇ ਵਿੱਚ ਤੁਸੀਂ ਉਸ ਲਾਈਫ ਨੂੰ? ਮੈਂ ਤੁਹਾਨੂੰ ਇੱਕ ਕਵਿਤਾ ਹਿੰਦੀ ਵਿੱਚ ਹੈ, ਜਿਹੜੀ ਮੇਰੀ ਲਾਈਫ ਨੂੰ ਹਮਾਰੀ ਮਾਤਰ ਭਾਸ਼ਾ ਹੈ। ਵੈਸੇ ਹਿੰਦੀ ਵਿੱਚ ਮੈਂ ਵੀ ਲਿਖਦਾ ਕਦੇ ਕਦੇ। ਮੈਂ ਜਿਹੜੀ ਨਾ ਉਸ ਵੇਲੇ ਦੀ ਲਾਈਫ ਨਾਲ ਬੱਝੀ ਹੋਈ, ਜਿਹੜੀ ਮੇਰੀ ਲਾਈਫ ਨਾਲ ਬੱਝੀ ਹੋਈ, ਤੁਹਾਡੀ ਲਾਈਫ ਤਾਂ ਉਦੋਂ ਵੀ ਸੀਰੀਅਸ ਹੋਏਗੀ। ਮੈਂ ਜਦੋਂ ਆਇਆ ਮੇਰੇ ਨਾਲ ਕੀ ਬਣਿਆ, ਇਹ ਕਵਿਤਾ ਦਾ ਇੱਕ ਖਤ। माँ तेरा वकील बेटा लंदन की गलियों में खो गया है। माँ तेरा वकील बेटा लंदन की गलियों में खो गया है। जो थका टूटा घर लौटता है, वो तो महज एक फैक्ट्री का मजदूर होता है। जो थका टूटा घर लौटता है, वह तो महज एक फैक्ट्री का मजदूर होता है। जो रजाई तूने भेजी थी पिछले साल, उसने अभी तक नहीं ली। जो रजाई तूने भेजी थी पिछले साल, उसने अभी तक नहीं ली। नाइट ड्यूटी पे गयो है, अब और भरम पालना अच्छा नहीं। ऐसा करके उसकी डिग्रियों को पुराने संदूक में छुपा दे। क्या बात है। चलो, बड़ी अच्छी कोशिश है। बेसिकली उस वेले की जिहड़ी जिंदगी सी उहनूं तुसीं बड़े सोहणे ढंग दे नाल पोर्ट्रे कीता। और अज तो मौसम भी बड़ा वधिया हैगा, थोड़े जिहे शेयर हो जाण कि आज बड़ा ही यार सुहाना मौसम है। आज बड़ा ही यार सुहाना मौसम है, बल्कि कहिए कि मस्ताना मौसम। आज बड़ा ही यार सुहाना मौसम है, बल्कि कहिए कि मस्ताना मौसम है। अपने शहर में तो मस्ताना मौसम है, कैसा आपके शहर बताना मौसम है। उसने मतलब तो इस मौसम में दिल में कुछ कुछ होता है। इस मौसम में दिल में कुछ होता है। चंचल मन को ये नजराना मौसम। तो शेर है कि हम ही दीवाने नहीं सनम, हम ही दीवाने नहीं सनम, लगता है कि खुद दीवाना मौसम। क्या बात। तो शेर हरजीत के तेरी आंखों में भी कितनी मस्ती है, तेरी आंखों में भी कितनी मस्ती है, ऊपर से कैसा मस्ताना मौसम है कि तुमको मिलने की वैसे भी चाहत थी, तुमको मिलने की वैसे भी चाहत थी, ऊपर से ये एक बहाना मौसम। क्या बात। मकता मैं पेश करूंगा कि चलने को तो साथी दुनिया चलती है, चलने को तो साथी दुनिया चलती है,
आज का तो अफसाना मौसम है। वाह बिल्कुल सही। तो ਬਹੁਤ ਜੀ ਬਹੁਤ ਵਧੀਆ ਤੇ ਸਾਡੀ ਜਿਹੜੀ ਹੁਣ ਬ੍ਰੇਕ ਆ ਗਈ ਹੈ ਤੇ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸੋ ਦੋਸਤੋ ਸਾਡਾ ਬ੍ਰੇਕ ਦਾ ਟਾਈਮ ਹੋ ਗਿਆ, ਉਹ ਬ੍ਰੇਕ ਹੋਏਗੀ 2 ਮਿੰਟ ਦੀ, ਉਹ ਤੋਂ ਬਾਅਦ ਤੁਹਾਨੂੰ ਫਿਰ ਮਿਲਦੇ ਹਾਂ। ਐਂਡ ਟੁਡੇ ਵੀ ਗੋਟ ਆਵਰ ਗੈਸਟ ਹਰਜੀਤ ਅਟਵਾਲ, ਨਾਵਲਿਸਟ ਐਂਡ ਪੋਇਟ, ਐਂਡ ਆਲਸੋ ਸੁਰਿੰਦਰ ਸੀਰਾ who is a poet. That'll be $4.99, ma'am. There you go. Thank you. And have a great day. Well, what about my change? What can you get with 1p? A call to my mum who lives in India. You don't believe me? Mum! Hi, beta. How are you? Call India landlines and mobiles for only 1 pence per minute. Order your free SIM at likeamobile.co.uk today. Hi, this is Saif Ali Khan and you're watching Kismat Karma with Aarti. Ranam Party Live Mata Di Chunky from 8:30 till 11:30 p.m. An occasion not to be missed. चांद चाहूं ना चकोरा ना परीसा मुखड़ा 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 संग संग चल दे संग संग चख ले मीठा मीठा हर सुख हर दुखड़ा उसे ख्वाबों से जगाऊं उसे बाहों में सुलाऊं सर आंखों में बिठाऊं उसे हाथों से खिलाऊं ताउमर दिल ने दस्तरखान बिछाया दावत इश्क है कबूल दो आजा जाना दावत इश्क है इश्क है। Dosto, welcome back in the studio of MA TV, and the program is called Sathi Ke Sang Sang. अगर ਤੁਸੀਂ ਇਹ ਪ੍ਰੋਗਰਾਮ ਹੁਣ ਦੇਖ ਰਹੇ ਹੋ ਔਰ ਭਵਿੱਖ ਵਿੱਚ ਵੀ ਦੇਖੋਗੇ ਤਾਂ ਅਗਰ ਤੁਸੀਂ ਰਿਸਪੌਂਡ ਕਰਨਾ ਚਾਹੁੰਦੇ ਹੋ, ਫੀਡਬੈਕ ਦੇਣਾ ਚਾਹੁੰਦੇ ਸਾਨੂੰ, ਤਾਂ ਸਾਨੂੰ ਬੜੀ ਖੁਸ਼ੀ ਹੋਏਗੀ। ਤੇ ਤੁਸੀਂ ਜਿਹੜਾ ਮੇਰਾ ਈਮੇਲ ਆਈਡੀ ਹੈ ਉਹ ਤੁਸੀਂ ਨੋਟ ਕਰ ਲਓ, ਮੈਂ ਠਹਿਰ ਕੇ ਤੁਹਾਨੂੰ ਦਿਆਂਗਾ। ਐਂਡ ਅੱਜ ਸਾਡੇ ਕੋਲ ਜਿਹੜੇ ਗੈਸਟ ਹੈਗੇ ਨੇ ਉਹ ਹਰਜੀਤ ਅਟਵਾਲ ਨੇ। ਬੇਸਿਕਲੀ ਹਰਜੀਤ ਅਟਵਾਲ ਕਹਾਣੀਕਾਰ ਨੇ, ਵਾਰਤਾਕਾਰ ਨੇ, ਨਾਵਲਿਸਟ ਨੇ, ਲੇਕਿਨ ਉਹ ਕਵਿਤਾ ਵੀ ਲਿਖਦੇ ਨੇ। ਉਹ ਕਵਿਤਾ ਪਹਿਲਾਂ ਲਿਖਦੇ ਵੀ ਰਹੇ ਆ, ਇੱਕ ਉਹਨਾਂ ਦੀ ਕਿਤਾਬ ਵੀ ਛਪ ਚੁੱਕੀ ਹੈ। ਇਸ ਤਰ੍ਹਾਂ ਸਾਡੇ ਦੂਜੇ ਜਿਹੜੇ ਗੈਸਟ ਹੈਗੇ ਨੇ ਉਹ ਹੈਗੇ ਨੇ ਸੁਰਿੰਦਰ ਸੀਰਾ। ਸੁਰਿੰਦਰ ਸੀਰਾ 1985 'ਚ ਇਸ ਮੁਲਕ 'ਚ ਆਏ ਸੀ, ਔਰ ਜਿਹੜਾ ਇਹ 1985 'ਚ ਆਏ ਸੀ, ਔਰ ਇਹ ਮਤਲਬ ਲਗਾਤਾਰ ਗਜ਼ਲ ਲਿਖਦੇ ਰਹੇ ਨੇ ਔਰ ਲਿਖ ਰਹੇ ਨੇ। ਅਤੇ ਹਰਜੀਤ, ਆਪਾਂ ਜਦੋਂ ਮਾਡਰਨ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਜੀ, ਮਾਡਰਨ ਟੈਕਨੋਲੋਜੀ ਜਿਹੜੀ ਹੈਗੀ ਆ ਉਹਦੇ ਵਿੱਚ ਫੇਸਬੁੱਕ ਔਰ ਟਵਿੱਟਰ ਦਾ ਬੜਾ ਤਕੜਾ ਰੋਲ ਹੈ। ਬਹੁਤ ਇੰਪੋਰਟੈਂਟ ਰੋਲ ਹੈ ਇਸ ਵੇਲੇ ਲਾਈਫ ਦੇ ਵਿੱਚ, ਬਹੁਤ ਇੰਪੋਰਟੈਂਟ ਰੋਲ ਹੈ। ਜਿਹੜਾ ਟਵਿੱਟਰ ਹੈ ਉਹਦੀ ਲਿਮਿਟੇਸ਼ਨ ਹੁੰਦੀ ਹੈ ਕਿ ਤੁਸੀਂ ਇਹ ਨੰਬਰ ਆਫ ਵਰਡ ਤੁਸੀਂ ਕਰ ਸਕਦੇ ਹੋ, ਲੇਕਿਨ ਜਿਹੜੇ ਫੇਸਬੁੱਕ ਆ ਇਹਦੇ 'ਚ ਦਰਵਾਜ਼ੇ ਖੁੱਲ੍ਹੇ ਹੁੰਦੇ ਆ। ਬਿਲਕੁਲ ਬਿਲਕੁਲ। ਅਤੇ ਇਹ ਕਾਫੀ ਪਾਪੂਲਰ ਅੱਜ ਕੱਲ੍ਹ, ਮਤਲਬ ਬੜੇ ਲੋਕਾਂ ਦੇ ਦੋਸਤ ਨੇ, ਮਤਲਬ 5000 ਤੱਕ ਤੁਸੀਂ ਦੋਸਤ ਬਣਾ ਸਕਦੇ ਹੋ ਔਰ ਬੜੀ ਚਰਚਾ ਹੁੰਦੀ ਆ। ਤੁਹਾਨੂੰ ਕਿਹੋ ਜਿਹਾ ਲੱਗਦਾ ਫੇਸਬੁੱਕ 'ਤੇ? ਤੁਸੀਂ ਕਾਫੀ ਐਕਟਿਵ ਹੋ, ਮੈਂ ਦੇਖਿਆ। ਹਾਂ, ਮੈਨੂੰ ਬਹੁਤ ਚੰਗਾ ਲੱਗਦਾ। ਮੈਂ ਉਹਦੇ ਉੱਤੇ ਮੇਰੇ 8 ਗਰੁੱਪ ਬਣਾਏ ਹੋਏ ਆ, ਵੱਖਰੇ ਵੱਖਰੇ। ਅਤੇ ਮੇਰੇ ਗਰੁੱਪ 'ਚ ਇੱਕ 'ਚ 13,000 ਮੈਂਬਰ ਨੇ, 13,000 ਮੈਂਬਰ ਨੇ, ਮਤਲਬ 8,000 ਮੈਂਬਰ ਨੇ, 7,000 ਮੈਂਬਰ ਨੇ। ਅਤੇ ਇਸ ਤਰੀਕੇ ਨਾਲ ਵੱਖਰੇ ਵੱਖਰੇ ਗਰੁੱਪ ਬਣਾਏ ਹੋਏ ਆ। ਉਹਦਾ ਤਾਂ ਇੰਨਾ ਵਧੀਆ ਰਿਸਪੌਂਸ ਆਉਂਦਾ, ਇੰਨੇ ਲੋਕਾਂ ਤੱਕ ਪਹੁੰਚਦੀਆਂ ਉਹ ਗੱਲਾਂ ਜਿਹੜੀਆਂ ਅਸੀਂ ਉੱਥੇ ਲਿਖਦੇ ਹਾਂ। ਮੇਰਾ ਇੱਕ ਗਰੁੱਪ ਆ ਜਿਹਦੇ ਵਿੱਚ ਮੈਂ ਰਾਈਟਰ ਦੀ ਫੋਟੋ ਪਾਉਣਾ,
ਜਿਹਦੇ ਵਿੱਚ ਮੈਂ ਰਾਈਟਰ ਦੇ ਬਰਥਡੇ ਦੇ ਵਿਸ਼ ਕਰਦਾ ਉਹਨਾਂ ਨੂੰ, ਉਹਦਾ ਇੰਨਾ ਰਿਸਪੌਂਸ ਆਉਂਦਾ ਹੈ, ਬਹੁਤ ਦੂਰ ਤੱਕ ਪਹੁੰਚਦਾ। ਇੱਕ ਮੇਰਾ ਗਰੁੱਪ ਆ ਜਿਹਦੇ ਵਿੱਚ ਅਸੀਂ ਸਾਰੇ ਦੋਸਤ, ਸਰੀਰ ਸੀਰਾ ਵੀ ਨਾਲ ਤੇ ਅਦਾਰਾ ਸ਼ਬਦ ਸਾਰੇ ਦੋਸਤ ਹਾਂ, ਜਿਹਦੇ ਵਿੱਚ ਅਸੀਂ ਨਵੀਆਂ ਕਿਤਾਬਾਂ ਜਿਹੜੀਆਂ ਛਾਇਆ ਹੁੰਦੀਆਂ ਉਹਦੇ ਵਿੱਚ ਉਹਦਾ ਪਾਉਂਦੇ ਹਾਂ। ਤੁਹਾਡੀ ਕਿਤਾਬਾਂ ਵੀ ਪਾਈਆਂ ਸਾਰੀਆਂ ਜੀ, ਤੇ ਉਹ ਸਾਰੀਆਂ ਦੋਸਤਾਂ ਦੀਆਂ ਕਿਤਾਬਾਂ ਪਾਉਂਦੇ ਆ। ਫਿਰ ਅਸੀਂ ਇੱਕ ਗਰੁੱਪ ਹੈਗਾ ਜਿਹੜੇ ਸਮਾਗਮ ਹੁੰਦੇ ਆ, ਉਹ ਰਿਲੀਜ਼ ਉੱਥੇ ਕਿਤਾਬਾਂ ਹੁੰਦੀਆਂ, ਲੇਖਕਾਂ ਦੀ ਇੰਟਰਵਿਊ ਹੁੰਦੀ ਹੈ, ਉਹਨਾਂ ਦੀ ਵੀਡੀਓ ਪਾਈਦੇ ਆ, ਸਾਰੇ ਅਸੀਂ ਉੱਥੇ ਪਾਈਦੇ ਆ। ਸਾਨੂੰ ਬਹੁਤ ਵਧੀਆ ਰਿਸਪੌਂਸ ਆਉਂਦਾ ਉਹਦਾ। ਦੈਟਸ ਵੈਰੀ ਗੁੱਡ। ਪਰ ਮੈਂ ਦੇਖਦਾ ਹੈਗਾ ਕਿ ਕੁਝ ਜਿਹੜੇ ਆਪਣੇ ਸਾਡੇ ਲੇਖਕ ਹੈਗੇ ਨੇ ਜਾਂ ਕਵੀ ਹੈ, ਉਹ ਜ਼ਿਆਦਾ ਪਾਰਟੀਸਪੇਟ ਨਹੀਂ ਕਰਦੇ ਉਹਨਾਂ ਦੇ ਅਸਲ 'ਚ ਟੈਕਨੋਲੋਜੀ ਸਮਝ ਨਹੀਂ ਹੈ, ਜਾਂ ਪਿਛਾਂਹ ਖਿੱਚੂ ਹੈ, ਜਾਂ ਉਹਨਾਂ ਨੂੰ ਉਹਦੀ ਇੰਪੋਰਟੈਂਸ ਨੂੰ ਸਮਝਦੇ ਨਹੀਂ ਹੈ। ਕਈ ਵਾਰੀ ਕਿਸੇ ਨੂੰ ਕਹੋ ਨਾ ਕਿ ਓਕੇ ਤੁਸੀਂ, ਉਹ ਕਹਿੰਦੇ ਕਿ ਸਾਨੂੰ ਵੀ ਜੀ ਸੱਦੋ ਜਾਂ ਜਿਸ ਤਰ੍ਹਾਂ, ਤੇ ਮੈਂ ਜਦੋਂ ਕਹਿੰਦਾ ਕਿ ਵਾਟ ਇਜ਼ ਯੂਰ ਈਮੇਲ ਆਈਡੀ, ਉਹ ਕਹਿੰਦੇ ਉਹ ਤਾਂ ਸਾਡੇ ਕੋਲ ਨਹੀਂ, ਉਹਨਾਂ ਨੂੰ ਪਤਾ ਨਹੀਂ ਹੈ। ਅਸਲ ਵਿੱਚ ਉਹਨਾਂ ਭੱਜਦੇ ਆ ਇਸ ਗੱਲ ਤੋਂ, ਅਸਲ ਵਿੱਚ ਉਹ ਦੌੜਦੇ ਆ, ਉਹ ਸਿੱਖਣਾ ਚਾਹੁੰਦੇ ਨਹੀਂ ਹੈ। ਹਾਂ, ਉਹ ਸਿੱਖਣਾ ਨਹੀਂ ਚਾਹੁੰਦੇ। ਉਹਨਾਂ ਨੂੰ ਨਾ ਸਿੱਖਣ ਦੀ ਜਿਹੜੀ ਰੁਚੀ ਹੈ ਨਾ, ਇਹ ਮੈਨੂੰ ਕਈ ਵਾਰੀ ਲੱਗਦਾ ਕਿ ਸਾਡੇ ਕੁਝ ਜ਼ਿਆਦਾ ਹੀ ਹੈ। ਮਸਲਨ ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਹੋ ਕਿ ਫਰਕ ਤਾਂ ਅੰਗਰੇਜ਼ੀ ਸਿੱਖਣ ਦੀ ਗੱਲ ਹੈ, ਜੇ ਅਸੀਂ ਕਹਿੰਦੇ ਹੋ ਕਿ ਤੁਸੀਂ ਇਹਦੀ ਬਜਾਏ ਕਿ ਕਿਸੇ ਨੂੰ ਤੁਸੀਂ ਪੁੱਛਦੇ ਫਿਰਦੇ ਹੋ, ਮੈਂ ਵੀ ਚੱਲਿਆ ਡਾਕਟਰ ਮੈਂ ਨਾਲ ਲੈਣਾ, ਤੁਸੀਂ ਅੰਗਰੇਜ਼ੀ ਸਿੱਖ ਲਓ। ਉਹਨਾਂ 'ਚ ਕੋਈ ਕਿਸੇ ਕਿਸਮ ਦੀ ਹੈਜ਼ੀਟੇਸ਼ਨ ਜਿਹੀ ਹੈ ਜਾਂ ਆਈ ਡੋਂਟ ਨੋ ਵਾਟ ਉਹਨਾਂ ਦੀ ਹੈਜ਼ੀਟੇਸ਼ਨ। ਇੱਕ ਜਿਹੜੀ ਗੱਲ ਹੈ ਨਾ, ਇੱਕ ਜਿਹੜੀ ਬਹੁਤ ਇੰਪੋਰਟੈਂਟ ਗੱਲ ਸਾਥੀ ਜਿਹਦੇ ਵਿੱਚ ਇਹ ਹੈ ਕਿ ਇਹ ਜਿਹੜੀ ਟੈਕਨੋਲੋਜੀ ਹੈ ਸਾਡੇ ਨਾਲ ਸਾਡੇ ਬੱਚੇ ਜ਼ਿਆਦਾ ਜਾਣਦੇ ਆ, ਤੇ ਸਾਨੂੰ ਸਿੱਖਣ ਲਈ ਬੱਚਿਆਂ ਦੀ ਲੋੜ ਪੈਂਦੀ। ਮੈਂ ਤਾਂ ਬੱਚਿਆਂ ਤੋਂ ਸਿੱਖਦਾ, ਤੇ ਮੈਨੂੰ ਤਾਂ ਮਤਲਬ ਉਹਨਾਂ ਤੋਂ ਸਿੱਖਿਆ ਸਭ ਕੁਝ। ਮੈਂ ਕਾਫੀ ਇਹਦੇ ਵਿੱਚ ਮੈਨੂੰ ਮੁਹਾਰਤ ਹਾਸਲ ਹੋ ਚੁੱਕੀ ਹੈ। ਬੱਚੇ ਸਾਡੇ ਨਾਲੋਂ ਜ਼ਿਆਦਾ, ਬੱਚਿਆਂ ਤੋਂ ਮੈਂ ਜੇ ਮੈਂ ਕਿਤੇ ਅੜ ਜਾਵੇ ਗੱਲ ਬੱਚਿਆਂ ਤੋਂ ਸਿੱਖਦਾ। ਤੇ ਸਾਨੂੰ ਹੈਜ਼ੀਟੇਟ ਨਹੀਂ ਕਰਨਾ ਚਾਹੀਦਾ, ਬੱਚਿਆਂ ਨੂੰ ਸਿੱਖੋ। ਮਤਲਬ ਇਹ ਸਿੱਖਣੀ ਬੜੀ ਇੰਪੋਰਟੈਂਟ ਆ। ਹੁਣ ਜਿੱਦਾਂ ਹੁਣ ਤੁਸੀਂ ਟੈਕਨੋਲੋਜੀ, ਸੌਰੀ ਆਈ ਇੰਟਰਪਟਡ ਯੂ, ਕਿ ਹੁਣ ਜਿੱਦਾਂ ਹੁਣ ਸੁਰਿੰਦਰ ਸੀਰੇ ਨੇ ਜਿਹੜੀ ਗਜ਼ਲ ਹੈਗੀ ਹੈ ਇਹ ਟਾਈਪ ਕੀਤੀ ਹੋਈ ਹੈ, ਜਾਣੀ ਵੇਲਾ ਬਹੁਤ ਨੋਟ ਲੌਂਗ ਅਗੋ ਕਿ ਅਸੀਂ ਹੱਥਾਂ ਨਾਲ ਲਿਖਦੇ ਸੀ, ਔਰ ਉਹਦੇ ਵਿੱਚ ਫਿਰ ਗਲਤੀਆਂ ਹੁੰਦੀਆਂ ਸੀ, ਫਿਰ ਪ੍ਰੂਫ ਰੀਡਿੰਗ ਦੀ ਪ੍ਰੋਬਲਮ ਆ ਜਾਂਦੀ ਸੀ। ਹੁਣ ਅਸੀਂ ਆਪ ਤੁਸੀਂ ਟਾਈਪ ਕਰਦੇ ਆ, ਆਪ ਹੀ ਤੁਸੀਂ ਫੇਸਬੁੱਕ ਤੇ ਪਾ ਸਕਦੇ ਹੋ। ਤੁਸੀਂ ਕੁਛ ਆਪਣਾ ਤਜਰਬਾ ਦੱਸ ਰਹੇ ਸੀ ਫੇਸਬੁੱਕ ਦਾ, ਉਹ ਦੱਸੋ। ਹਾਂਜੀ, ਫੇਸਬੁੱਕ ਦੇ ਬਾਰੇ ਮੇਰਾ ਵੀ ਹਰਜੀਤ ਨਾਲੋਂ ਬਹੁਤਾ ਵੱਖਰਾ ਨਹੀਂ ਜੀ ਤਜਰਬਾ ਸਾਥੀ। ਮੈਂ ਪਿੱਛੇ ਜੇ ਫੇਸਬੁੱਕ ਤੇ ਮੈਂ ਵੀ ਪਹਿਲਾਂ, ਜਿਵੇਂ ਤੁਸੀਂ ਪਹਿਲਾਂ ਕਿਹਾ ਨਾ ਕਿ ਬਹੁਤ ਘੱਟ, ਮੈਂ ਵੀ ਥੋੜਾ ਚੁੱਪਾ ਜਿਹਾ ਘੱਟ ਬੋਲਣ ਵਾਲਾ, ਤੇ ਹੌਲੀ ਮੈਂ ਵੀ ਫੇਸਬੁੱਕ ਵਰਤਣ ਲੱਗ ਪਿਆ ਬੱਚਿਆਂ ਦੀ ਸਹਾਇਤਾ ਨਾਲ ਹੀ। ਤੇ ਨਿਆਣਿਆਂ ਤੇ ਮੈਂ ਆਪਣੇ ਗੁਰੂ ਹੀ ਕਹਿੰਦਾ, ਕਿਉਂਕਿ ਉਹਨਾਂ ਕੋਲੋਂ ਬਹੁਤ ਕੁਝ ਸਿੱਖਣਾ ਪੈਂਦਾ। ਫਸਿਆ ਤੇ ਉਹਨਾਂ ਕੋਲ ਸਾਡੀਆਂ ਕਈ ਗੱਲਾਂ ਲੁਕੋ ਵੀ ਲੈਂਦੇ ਨੇ, ਕਈ ਵਾਰੀ ਗਲਤ ਬਟਨ ਦੱਬੇ ਜਾਂਦੇ ਨੇ, ਤੇ ਉਹਨਾਂ ਕੋਲੋਂ ਬਹੁਤ ਸਿੱਖਦੇ ਜੀ, ਬਹੁਤ ਸਿੱਖਦੇ ਆ। ਤੁਸੀਂ ਇਹ ਵੀ ਕਿਹਾ ਕਿ ਤੁਹਾਡੀ ਫੇਸਬੁੱਕ ਪੜ੍ਹ ਕੇ ਡਾਕਟਰ ਕਰਨੈਲ, ਹਾਂਜੀ, ਮੈਂ ਉਹ ਫੇਸਬੁੱਕ ਤੇ ਕੁਝ ਆਪਣੀਆਂ ਗਜ਼ਲਾਂ ਪਾਈਆਂ, ਤੇ ਡਾਕਟਰ ਕਰਨੈਲ ਜੋ ਆਪਣੇ ਲਿਸਟਰ ਨੇ, ਉਹਨਾਂ ਨੇ ਫੇਸਬੁੱਕ ਤੋਂ ਪੜ੍ਹ ਕੇ ਮੈਨੂੰ ਫੇਸਬੁੱਕ ਤੇ ਮੈਸੇਜ ਕਰਤਾ ਕਿ ਸੁਰਿੰਦਰ ਜੀ ਅਸੀਂ ਤੁਹਾਡਾ ਰੂਬਰੂ ਕਰਨਾ ਚਾਹੁੰਦੇ ਹਾਂ। ਤੇ ਮੈਂ ਫੇਸਬੁੱਕ ਤੇ ਜਾ ਕੇ ਉਹਨਾਂ ਨੇ ਇਜਾਜ਼ਤ ਮੰਗੀ ਇਸ ਗੱਲ ਦੀ ਕਿ ਸਾਨੂੰ ਇਜਾਜ਼ਤ ਦਿਓ ਕਿ ਅਸੀਂ ਤੁਹਾਡਾ ਕਰਨਾ ਰੂਬਰੂ, ਤੇ ਮੈਂ ਉਹਨਾਂ ਨੂੰ ਹਾਂ ਕਰ ਦਿੱਤੀ। ਤੇ ਨਾਲ ਮੈਂ ਵੀ ਲਿਖਿਆ, ਮੇਰੇ ਵਾਸਤੇ ਤਾਂ ਬੜੀ ਖੁਸ਼ੀ ਦੀ ਗੱਲ ਹੈ, ਔਰ ਮੈਂ ਤੇ ਇਸ ਟੈਕਨੋਲੋਜੀ ਦਾ ਇੰਨਾ ਧੰਨਵਾਦ ਕਰਦਾ ਕਿ ਇੱਥੇ ਬੈਠਿਆ ਬਹੁਤ ਦੂਰ ਤੱਕ ਤੁਸੀਂ ਪਹੁੰਚ ਜਾਂਦੇ ਹੋ ਇਹ ਫੇਸਬੁੱਕ ਰਾਹੀਂ, ਤੇ ਹੋਰ ਵੀ ਕਈ ਹੈਗੇ ਨੇ ਸਾਧਨ, ਪਰ ਫੇਸਬੁੱਕ ਮੈਨੂੰ ਸਭ ਤੋਂ ਵਧੀਆ ਔਰ ਸੋਹਣਾ ਤਰੀਕਾ ਲੱਗਿਆ। ਹੁਣ ਜਿੱਦਾਂ ਹੁਣ ਹਰਜੀਤ ਨੇ ਮੇਰੀ ਮਦਦ ਕੀਤੀ ਹੈ ਚੀਜ਼, ਬਲਕਿ ਇਹਨੇ ਸਾਰਾ ਕੁਝ ਕੀਤਾ, ਕਵਿਤਾਵਾਂ ਬੇਸ਼ੱਕ ਮੇਰੀਆਂ ਨੇ, ਹੁਣ ਆ ਕਿਤਾਬ ਵੀ ਹੈ ਜਿਹੜੀ ਹੈਗੀ ਥੈਂਕਸ ਟੂ ਕੰਪਿਊਟਰ ਟੈਕਨੋਲੋਜੀ। ਹਾਂ ਬਿਲਕੁਲ, ਇਹ ਬਹੁਤ ਵਧੀਆ ਕਿਤਾਬ, ਬਹੁਤ ਵਧੀਆ। ਹਾਂਜੀ ਬਿਲਕੁਲ। ਔਰ ਲੇਕਿਨ ਇਹ ਬੜੀ ਮਹਿੰਗੀ ਪਈ ਹੈ ਇਸ ਕੰਟਰੀ ਦੇ ਵਿੱਚ, ਕਿਉਂਕਿ ਇਸੇ ਕਰਕੇ ਅਸੀਂ ਇੰਡੀਆ ਤੋਂ ਕਿਤਾਬਾਂ ਛਪਾਉਂਦੇ ਹਾਂ। ਹਾਂਜੀ, ਕਿਤਾਬਾਂ ਬਾਰੇ ਆਪਾਂ ਸਾਥੀ ਜੀ ਇਹ ਜਿਹੜੀ ਨਾ, ਸੌਰੀ ਇਹ ਜੇ ਫੋਟੋ ਕਾਪੀ ਕਰਾਉਣੀ ਹੋਵੇ ਉਦੋਂ ਸਸਤੀ ਹੈ। ਜੇ ਆਪਾਂ ਇੰਨੇ ਸਫ਼ਿਆਂ ਨੂੰ ਫੋਟੋ ਕਾਪੀ ਕਰਾਈਏ ਨਾ, ਉਦੋਂ ਸਸਤੀ ਪੈਂਦੀ ਹੈ ਇਹ। ਯੈਸ, ਮਤਲਬ ਮੇਰਾ ਕਹਿਣ ਦਾ ਭਾਵ ਇਹ ਸੀਗਾ ਕਿ ਆਈ ਐਗਰੀ ਵਿਦ ਯੂ, ਜੇ ਤੁਸੀਂ ਕਹਿੰਦੇ ਹੋ। ਮੈਂ ਇਹ ਕਹਿੰਦਾ ਕਿ ਆਹ ਜਿਹੜੀ ਕਿਤਾਬ ਹੈ ਇਹ ਤੁਸੀਂ ਜਿੱਦਾਂ ਹੁਣ ਅਸੀਂ ਮੁਫਤ ਕਿਤਾਬਾਂ ਦਿੰਦੇ ਉਹ ਫਿਰ ਨਹੀਂ, ਉਹ ਸਾਹਮਣੇ ਮਹਿੰਗੀ ਹੈ। ਰਾਈਟ, ਤੁਸੀਂ ਆਪਣੀ ਜਿਹੜੀ ਗਜ਼ਲ ਹੈਗੀ ਕੁਝ ਸੁਣਾਓ। ਹਾਂ, ਮੈਂ ਇੱਕ ਦੋ ਗਜ਼ਲ ਸੁਣਾ ਦਿੰਦਾ ਤੁਹਾਨੂੰ। ਸਾਡੇ ਸ਼ੌਕ ਨੇ ਅੱਜ ਕੱਲ ਇਹ ਸਾਰੇ ਪਰਦਿਆਂ ਵਾਲੇ, ਇਹ ਵੀ ਫੇਸਬੁੱਕ ਵਾਲੀ ਗੱਲ ਹੈ। ਸਾਡੇ ਸ਼ੌਕ ਨੇ ਅੱਜ ਕੱਲ ਸਾਰੇ ਪਰਦਿਆਂ ਵਾਲੇ, ਤਖੱਲਸ ਰਹਿਬਰਾਂ ਵਾਲੇ, ਰੂਹਾਨੀ ਰੁਤਬਿਆਂ ਵਾਲੇ, ਤੇਰੇ ਚਿਹਰੇ ਗਏ ਕਿੱਥੇ ਉਹ ਸਾਰੇ ਹਾਸਿਆਂ ਵਾਲੇ, ਉਹੀ ਕੁਝ ਬਾਂਕਿਆਂ, ਕੁਝ ਬੋਰਿਆਂ, ਕੁਝ ਸੁਪਨਿਆਂ ਵਾਲੇ। ਚਲੋ ਇਹ ਦੌਰ ਵੀ ਆਉਣਾ ਸੀ ਮੇਰੇ ਹੁੰਦਿਆਂ ਇੱਥੇ, ਚਲੋ ਇਹ ਦੌਰ ਵੀ ਆਉਣਾ ਸੀ ਮੇਰੇ ਹੁੰਦਿਆਂ ਇੱਥੇ, ਘਰਾਂ ਵਿੱਚ ਵਸ ਰਹੇ ਟੱਬਰ ਮਗਰ ਸਭ ਕਮਰਿਆਂ ਵਾਲੇ, ਘਰਾਂ ਵਿੱਚ ਵਸ ਰਹੇ ਟੱਬਰ ਮਗਰ ਸਭ ਕਮਰਿਆਂ ਵਾਲੇ, ਹਵਨ ਵਿੱਚ ਵਲ ਰਹੇ ਬੂਟੇ, ਹਵਨ ਵਿੱਚ ਸੜ ਰਹੇ ਪੰਛੀ,
ਤੇ ਮੰਤਰ ਪੜ ਰਹੇ ਨੇ ਲੋਕ ਵਗਦੇ ਚਸ਼ਮਿਆਂ ਵਾਲੇ ਤੇ ਮੰਤਰ ਪੜ ਰਹੇ ਨੇ ਲੋਕ ਵਗਦੇ ਚਸ਼ਮਿਆਂ ਵਾਲੇ ਕਿਸੇ ਭਾਰੇ ਨੂੰ ਜਾ ਲਿਪਟਾਂ ਜਾਂ ਹਲਕਾ ਧੂਲਵਾਂ ਇੱਧਰ ਕਿਸੇ ਭਾਰੇ ਨੂੰ ਜਾ ਲਿਪਟਾਂ ਜਾਂ ਹਲਕਾ ਧੂਲਵਾਂ ਇੱਧਰ ਇਹ ਮਿਕਨਾਤੀਸ ਨਹੀਂ ਸਿਹਰਾ ਕਰੇ ਕਮ ਹਾਸਿਆਂ ਵਾਲੇ ਬਹੁਤ ਤੇਜ ਤੁਸੀਂ ਹਵਨ ਦਾ ਜ਼ਿਕਰ ਕੀਤਾ ਔਰ ਤੁਹਾਡੀ ਇਹ ਕਿਤਾਬ ਅਸੀਂ ਕੈਮਰੇ ਦੇ ਸਾਹਮਣੇ ਦਿਖਾਉਂਦੇ ਹਾਂ ਕਿ ਤੁਹਾਡੀ ਕਿਤਾਬ ਹੈ ਗਜ਼ਲਾਂ ਦੀ ਇਹ ਕਿਤਾਬ ਹੈ ਔਰ ਤੁਹਾਡੇ ਵੱਲੋਂ ਲਿਖੀ ਗਈ ਹੈ ਇਹਦਾ ਜਿਹੜਾ ਤੁਸੀਂ ਇਹ ਮਤਲਬ ਟਾਈਟਲ ਰੱਖਿਆ ਇਹ ਉਹ ਸ਼ੇਅਰ ਕਰਕੇ ਲਿਖਿਆ ਜਾਂ ਇਹਦੇ ਪਿੱਛੇ ਕੀ ਭਾਵਨਾ ਇਹਦਾ ਟਾਈਟਲ ਤੇ ਮੈਂ ਕਈ ਨਾਮ ਸੀ ਮੇਰੇ ਮਨ ਦੇ ਵਿੱਚ ਪਰ ਮੈਨੂੰ ਸਭ ਤੋਂ ਵੱਧ ਇਹੀ ਢੁਕਵਾਂ ਲੱਗਿਆ ਕਿ ਇਹ ਕਿਤਾਬ ਜਿਵੇਂ ਇੱਕ ਪੂਰੀ ਕਿਤਾਬ ਹੀ ਇੱਕ ਹਵਨ ਹੈ ਇਹਦੇ ਵਿੱਚ ਵੱਖ-ਵੱਖ ਰੂਪ ਵਿੱਚ ਮੇਰੇ ਵੱਖ-ਵੱਖ ਸਮੇਂ ਦੀਆਂ ਜਿਵੇਂ ਛੋਟੇ-ਛੋਟੇ ਦੁੱਖ ਜਿਵੇਂ ਪਹਿਲਾਂ ਗੱਲ ਕਰਦੇ ਸੀ ਉਹ ਇੱਕ ਅਹੂਤੀਆਂ ਦੇ ਰੂਪ ਵਿੱਚ ਇਹਦੇ ਵਿੱਚ ਸ਼ਾਮਲ ਹਨ ਜੀ ਤੇ ਉਹ ਫਿਰ ਮੈਂ ਇੱਕ ਗਜ਼ਲ ਲਿਖੀ ਸੀ ਜੇ ਕਹੋ ਤਾਂ ਮੈਂ ਉਹਦੇ ਇੱਕ ਦੋ ਸ਼ੇਰ ਸੁਣਾ ਦਿੰਦਾ ਤੇ ਉਹਦੇ ਵਿੱਚੋਂ ਫਿਰ ਮੇਰੇ ਮਨ ਦੇ ਵਿੱਚ ਆ ਗਿਆ ਕਿ ਇਹੀ ਨਾਮ ਮੈਨੂੰ ਲੱਗਦਾ ਕਿ ਵਧੀਆ ਉਹ ਸਾਥੀ ਜੀ ਇਸ ਤਰ੍ਹਾਂ ਕਿ ਇਹ ਲੱਗਦਾ ਨਹੀਂ ਅੱਜ ਕਿ ਮੇਰਾ ਹੀ ਮਨ ਹੈ ਇਹ ਲੱਗਦਾ ਨਹੀਂ ਅੱਜ ਕਿ ਮੇਰਾ ਹੀ ਮਨ ਹੈ ਨਾ ਹੱਸੇ ਨਾ ਰੋਵੇ ਬਹੁਤ ਸੁੰਨਾਪਨ ਹੈ ਇਹਦੇ ਵਿੱਚ ਕਦੋਂ ਦਾ ਤੇ ਕੀ ਦਫਨ ਹੈ ਮੈਂ ਖੁਦ ਨੂੰ ਕੁਰੇਦਾਂ ਇੱਕ ਐਸਾ ਖਨਨ ਹੈ ਤੇਰੇ ਨਾਲ ਹੀ ਮੈਂ ਵੀ ਰਹਿੰਦਾ ਹਾਂ ਢਕਿਆ ਤੇਰੇ ਨਾਲ ਹੀ ਮੈਂ ਵੀ ਰਹਿੰਦਾ ਹਾਂ ਢਕਿਆ ਜੇ ਤੂੰ ਹੈ ਨਗਨ ਤਾਂ ਇਹ ਸ਼ੀਸ਼ਾ ਨਗਨ ਹੈ ਵਾਹ 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 ਮੇਰੇ ਲਿਖਣ ਦੀ ਦਾਸਤਾਂ ਇਸ ਤਰ੍ਹਾਂ ਹੈ ਇਹ ਬਹੁਤੀ ਅਹੂਤੀ ਤੇ ਥੋੜਾ ਹਵਨ ਹੈ ਬਹੁਤ ਮੇਰੇ ਲਿਖਣ ਦੀ ਦਾਸਤਾਂ ਇਸ ਤਰ੍ਹਾਂ ਹੈ ਇਹ ਬਹੁਤੀ ਅਹੂਤੀ ਤੇ ਥੋੜਾ ਹਵਨ ਹੈ ਤੇ ਇੱਕ ਸ਼ੇਰ ਇਸ ਦਾ ਹੋਰ ਹੈ ਕਿ ਮੇਰੇ ਪੈਰਾਂ ਹੇਠਾਂ ਤਾਂ ਜ਼ਖਮਾਂ ਦਾ ਘਰ ਹੈ ਇਹਨਾਂ ਤੇ ਹੀ ਹੈ ਇਹ ਜੋ ਛਨਨ ਹੈ ਬਹੁਤ ਬਹੁਤ ਤੁਸੀਂ ਉਹ ਪਹਿਲਾਂ ਗਜ਼ਲ ਸੁਣਾਈ ਸੀ ਤੁਸੀਂ ਕਮਰਿਆਂ ਦਾ ਜ਼ਿਕਰ ਕੀਤਾ ਸੀ ਕਿ ਹੈਗੇ ਤੇ ਘਰ ਲੇਕਿਨ ਕਮਰਿਆਂ ਵਿੱਚ ਸਾਰੇ ਬੜੇ ਹੁੰਦੇ ਆ ਹਾਂ ਬਿਲਕੁਲ ਇਹ 'ਚ ਰਿਫਲੈਕਟ ਕਰਦੀ ਇੱਥੋਂ ਦੀ ਲਾਈਫ ਜ਼ਿਆਦਾ ਹਾਂਜੀ ਹੁਣ ਤਾਂ ਵੈਸੇ ਇੰਡੀਆ ਦੀ ਵੀ ਇੱਦਾਂ ਦੀ ਹੋ ਗਈ ਹੋਣੀ ਹੈ ਤੇ ਜਿਹੜੀ ਇੱਥੋਂ ਦੀ ਜਿਹੜੀ ਲਾਈਫ ਹੈ ਇਹਨੂੰ ਦ੍ਰਿਸ਼ਟਮਾਨ ਕਰਦੀ ਕੋਈ ਗਜ਼ਲ ਹੋਏਗੀ ਤੁਹਾਡੇ ਕੋਲ ਜਿਹੜੀ ਤੁਸੀਂ ਉਹ ਮਨ 'ਚ ਹੀ ਇਹ ਸੀਗਾ ਕਿ ਇਹਦੇ ਬਾਰੇ ਇਹ ਜਿਹੜੀ ਗਜ਼ਲ ਨਾ ਜਿਵੇਂ ਕਿ ਇਹ ਕੁਝ ਸ਼ੇਰ ਕਈ ਵਾਰ ਲਿਖੇ ਜਾਂਦੇ ਨੇ ਕੋਈ ਇੱਕ ਪੂਰੀ ਗਜ਼ਲ ਤੇ ਇੱਥੋਂ ਦੀ ਲਾਈਫ ਬਾਰੇ ਨਹੀਂ ਤੇ ਨਹੀਂ ਦੇਖਦਾ ਕਰ ਹਾਂਜੀ ਤੇ ਉਹਦਾ ਵੀ ਮੇਰਾ ਬਹੁਤਾ ਮਨ ਨਹੀਂ ਹੁੰਦਾ ਸਾਥੀ ਜੀ ਕਿ ਗਜ਼ਲ ਦੇ ਵਿੱਚ ਜਾਂ ਕਿਸੇ ਵੀ ਕਵਿਤਾ 'ਚ ਤੁਹਾਡੀ ਲਿਖਤ ਵਿੱਚ ਨਾ ਉਹਦਾ ਜਿਹੜਾ ਭੂਗੋਲਿਕ ਵਾਤਾਵਰਣ ਹੈ ਉਹ ਜਿਹੜਾ ਉਹ ਘੱਟ ਹੀ ਨਜ਼ਰ ਆਵੇ ਤੇ ਤੁਹਾਡੇ ਆਪਣੇ ਮਨ ਦੀਆਂ ਗਹਿਰਾਈਆਂ ਮਨ ਦੀਆਂ ਗੱਲਾਂ ਜਾਂ ਜਿੱਥੇ ਤੁਸੀਂ ਰਹਿ ਰਹੇ ਹੋ ਉਹ ਆਪਣੇ ਆਪ ਆਈ ਜਿੰਨਾ ਕਾਣਾ ਆਪਣੇ ਆਪ ਆ ਰਿਹਾ ਤੇ ਜੇ ਆਪਾਂ ਕੋਸ਼ਿਸ਼ ਕਰਕੇ ਲਿਖਦੇ ਹਾਂ ਤਾਂ ਕਈ ਵਾਰ ਉਹ ਗੱਲ ਤੁਹਾਡੇ ਕੋਲ ਖਿਸਕ ਜਾਂਦੀ ਹੈ ਨਹੀਂ ਜਦੋਂ ਤੁਸੀਂ ਭੂਗੋਲਿਕ ਗੱਲ ਕਰਦੇ ਨਾ ਭੂਗੋਲ ਵਿੱਚੋਂ ਹੀ ਨਿਕਲੀਆਂ ਚੀਜ਼ਾਂ ਹੁੰਦੀਆਂ ਮਤਲਬ ਜਦੋਂ ਤੁਸੀਂ ਪੰਜਾਬ ਵਿੱਚ ਰਹਿੰਦੇ ਆ ਪੰਜਾਬ ਦੀ ਜਿਹੜੀ ਤਰਾਸਦੀ ਸੀਗੀ ਅਗਰ ਤੁਸੀਂ ਤਾਂ ਹੰਡਾਈ ਹੋਈ ਬਿਲਕੁਲ ਹਾਂਜੀ ਐਂਡ ਉਹਦੇ ਵਿੱਚੋਂ ਹੋਰ ਕਿਸਮ ਦੇ ਤੁਹਾਡੇ ਸ਼ੇਅਰ ਉਗਵੇਂ ਹੋਣਗੇ ਫਿਰ ਤੁਸੀਂ ਇਸ ਦੇਸ਼ ਵਿੱਚ ਆਏ ਇੱਥੋਂ ਹੋਰ ਕਿਸਮ ਦੇ ਹੁੰਦੇ ਆ ਘੱਟੋ ਘੱਟ ਆਈ ਫੀਲ ਕਿ ਜਿਸ এনवायरमेंट ਤੁਸੀਂ ਰਹਿੰਦੇ ਆ ਜਿਹੜੇ ਭੂਗੋਲ ਨੇ ਸਾਨੂੰ ਹਿੰਦੁਸਤਾਨ ਤੋਂ ਇੱਥੇ ਲਿਆਉਣ ਦਾ ਉਹਨੂੰ ਤੁਸੀਂ ਮਹਿਸੂਸ ਕਰਦੇ ਹੋ ਸ਼ਿੱਦਤ ਨਾਲ ਤਦੇ ਉਹ ਕਵਿਤਾ ਜਿਹੜੀ ਉਹ ਲਿਖੀ ਹਾਂਜੀ ਮੇਰੇ ਕਹਿਣ ਦਾ ਥੋੜਾ ਜਿਹਾ ਇੱਕ ਹੋਰ ਸੀ ਮੇਰੇ ਮਨ ਵਿੱਚ ਇਹ ਗੱਲ ਕਰਨ ਲੱਗਿਆ ਕਿ ਜਿਵੇਂ ਕਈ ਇੱਥੇ ਲੇਖਕ ਨੇ ਖਾਂਦੇ ਪੀਂਦੇ ਨੇ ਵਧੀਆ ਨੇ ਸੋਹਣੇ ਰਹਿੰਦੇ ਨੇ ਪਰ ਜਦੋਂ ਗੱਲ ਕਰਦੇ ਆ ਕਿ ਅਸੀਂ ਪਰਦੇਸੀ ਹਾਂ ਮਰ ਗਏ ਹਾਂ ਲੁੱਟ ਗਏ ਹਾਂ ਤੇ ਅਸੀਂ ਪਿੱਛੇ ਜਾਣਾ ਚਾਹੁੰਦੇ ਹਾਂ ਤੁਹਾਨੂੰ ਰੋਕਦਾ ਵੀ ਕੋਈ ਨਹੀਂ ਤੇ ਤੁਸੀਂ ਜਾਂਦੇ ਵੀ ਨਹੀਂ ਔਰ ਵਧੀਆ ਲਾਈਫ ਵੀ ਜੀ ਰਹੇ ਹਾਂ ਇੱਥੇ ਇੱਕ ਕਵਿਤਾ ਮੈਂ ਇੱਥੇ ਪੜ੍ਹੀ ਸੀ ਕਿ ਇੱਕ ਮੇਰਾ ਦੋਸਤ ਹੈ ਵੀ ਕਿ ਉਹ ਕਵਿਤਾ ਵਿੱਚ ਹੀ ਇਹਦਾ ਇੱਕ ਐਕਸਪੈਕਟ ਕਰਦਾ ਕਿ ਮੇਰੇ ਫੁਲਵੈਰੀ ਹੋ ਜਾਏ ਮੈਂ ਚਿੱਟਾ ਹੋ ਜਾ ਮੈਂ ਗੋਰਿਆਂ ਵਰਗਾ ਹੋ ਜਾ ਤੇ ਮੈਨੂੰ ਫਿਰ ਇਹੋ ਜਿਹੀ ਕਵਿਤਾਵਾਂ ਤੋਂ ਥੋੜ੍ਹਾ ਜਿਹਾ ਲੱਗਦਾ ਕਿ ਨਹੀਂ ਇਹ ਥੋੜ੍ਹੀ ਜ਼ਿਆਦਤੀ ਕਰਦਾ ਕਵਿਤਾ ਨਾਲ ਵੀ ਜ਼ਿਆਦਤੀ ਕਰਦਾ ਤੇ ਆਪਣੇ ਨਾਲ ਵੀ ਦਰਅਸਲ ਬਹੁਤ ਦੇਰ ਦੀ ਗੱਲ ਹੈ ਮੈਂ ਉਸ ਸ਼ਾਇਰਾ ਦਾ ਨਾਂ ਨਹੀਂ ਲਵਾਂਗਾ ਉਹ ਮੇਰੇ ਨਾਲ ਇਸ ਗੱਲ ਤੇ ਨਾਰਾਜ਼ ਹੋ ਗਈ ਕਿਉਂਕਿ ਉਹਨੇ ਇੱਕ ਅਫਰੀਕਨ ਔਰਤ ਦੇ ਮਨ ਨੂੰ ਦ੍ਰਿਸ਼ਟਮਾਨ ਕਰਨ ਵਾਲੀ ਕਵਿਤਾ ਕਹੀ ਕਿ ਉਹ ਜਦੋਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਦੀ ਹੈ ਤਾਂ ਉਹ ਕਹਿੰਦੀ ਹੈ ਕਿ ਰੱਬਾ ਮੈਨੂੰ ਤੂੰ ਇਹ ਰੰਗ ਕਿਉਂ ਦਿੱਤਾ ਮੈਂ ਕਿਹਾ ਕਿ ਇਦਾਂ ਉਹ ਕਦੇ ਨਹੀਂ ਸੋਚ ਸਕਦਾ ਜਿਹੜਾ ਇਹ ਤੁਹਾਨੂੰ ਰੂਪ ਦਿੱਤਾ ਕੁਦਰਤ ਨੇ ਰੱਬ ਨੇ ਜੋ ਵੀ ਮਰਜ਼ੀ ਕਹੇ ਇਹਦੀ ਆਪਣੀ ਆਪਣੀ ਬਿਊਟੀ ਹੈ ਵੈਸੇ ਵੀ ਦ ਬਿਊਟੀ ਇਜ਼ ਇਨ ਦ ਆਈ ਆਫ ਦ ਬਿਹੋਲਡਰ ਮਤਲਬ ਇੱਕ ਜਿੱਦਾਂ ਹੁਣ ਲਤਾ ਮੰਗੇਸ਼ਕਰ ਨੂੰ ਜਦੋਂ ਮੈਂ ਦੇਖਿਆ ਹਰਜੀਤ ਫਸਟ ਟਾਈਮ ਇਨ 1967 ਇੱਥੇ ਆਏ ਸੀ ਉਹ ਤੇ ਅਸੀਂ ਉਹ ਟਿਕਟ ਲੈ ਫਰੰਟ ਸੀਟ ਤੇ ਅਸੀਂ ਟਿਕਟ ਤੁਸੀਂ ਉਹਦੇ ਬਾਰੇ ਆਰਟੀਕਲ ਲਿਖਿਆ ਸੀ ਉਦੋਂ ਜਿਹੜੀ ਵਿੱਚ ਛਪਿਆ ਸੀ ਉਹ
ਉਹ ਮੈਨੂੰ ਉਹ ਪਹਿਲਾਂ ਮੈਂ ਬੜਾ ਕੁਝ ਸੁਣਿਆ ਸੀ ਉਹਦੇ ਬਾਰੇ, ਕਿਉਂਕਿ ਉਹਨਾਂ ਦਿਨਾਂ 'ਚ ਤਸਵੀਰਾਂ ਘੱਟ ਛਪਦੀਆਂ ਸੀ। ਮੈਂ ਬੜਾ ਸੁਣਿਆ ਸੀ ਉਹਦੇ ਚਿਹਰੇ ਤੇ ਮਾਤਾ ਦੇ ਦਾਗ ਹੈ, ਉਹ ਕਾਲੀ ਹੈ, ਫਲਾਨੀ ਹੈ, ਜੇ ਉਹ। ਤੇ ਜਦੋਂ ਮੈਂ ਦੇਖਿਆ ਤਾਂ ਮੈਂ ਸੋਚਾਂ, ਮੈਂ ਕਿਹਾ ਇਹਦੇ ਨਾਲ ਦੀ ਖੂਬਸੂਰਤ ਔਰਤ ਕੋਈ ਹੈ ਹੀ ਨਹੀਂ। ਬਿਲਕੁਲ ਠੀਕ ਯੂ ਨੋ, ਕਿਉਂਕਿ ਤੁਸੀਂ ਕਲਾ ਨੂੰ ਦੇਖ ਰਹੇ ਹੋ। ਬਿਲਕੁਲ। ਤੇ ਜਿਹੜੇ ਲੋਕ ਹੈ ਅਫਰੀਕਾ ਦੇ ਲੋਕ ਆ, ਸਾਡੇ ਲੋਕ ਹੈ, ਅਸੀਂ ਆਪਣੇ ਆਪ ਦੇ ਵਿੱਚ ਸੁੰਦਰ ਹਾਂ। ਹਾਂ ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹ ਵੀ ਉਹਨਾਂ ਦੀ ਸੁੰਦਰਤਾ ਦਾ ਆਪਣਾ ਕਨਸੈਪਟ ਹੈ, ਕੋਈ ਗੱਲ ਨਹੀਂ। ਹਰਜੀਤ, ਤੁਸੀਂ ਕੋਈ ਕਵਿਤਾ ਮੈਂ ਦੇਖ ਰਿਹਾ ਕਿ ਸਾਹਮਣੇ ਰੱਖੀ ਹੋਈ ਹੈ। ਹਾਂ। ਅੱਛਾ, ਮੈਂ ਤੁਹਾਨੂੰ ਅੱਜ ਦੀ ਲਾਈਫ ਨਾਲ ਇੱਕ ਜੁੜੀ ਹੋਈ ਕਵਿਤਾ ਸੁਣਾਉਣਾ। हिंदी की कविता है जी। खेल 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 हवा समंदर से खेलती है। वाह। हाँ। हवा समंदर से खेलती है, समंदर कश्ती से, और कश्ती मेरे से। वाह वाह, क्या बात है। हवा समंदर से खेलती है, समंदर कश्ती से, कश्ती मेरे से, और मैं शब्दों से खेलता हूँ। बहुत अच्छा। और मैं शब्दों से खेलता हूँ। शब्द कविता से खेलते हैं, शब्द कविता से खेलते हैं, कविता जीवन से, जीवन समय से। कविता जीवन से, जीवन समय से, समय हवा से खेलता है। सर्कल बना। समय हवा से खेलता है, और हवा समुंदर से खेलती है। बहुत वाह। हवा समंदर से खेलती है, ये खेल तब तक चलेगा जब तक हम खेलेंगे, तुम खेलोगे। क्या बात है। तो दोस्तों, अज असी साडे कोल दो शायर ने, हरजीत अटवाल और सुरिंदर सीरा। अगर तुसी फीडबैक सानू देनी होवे तो मैं तुहानू अपना ईमेल ID लिखवा रहा, यह तुसी लिख लो। वो हैगा कि SKSS साथी के संग संग SKSS.MATV SKSS.@gmail। ਲੈਟ ਮੀ ਰਿਮਾਈਂਡ ਯੂ ਕਿ ਇਹ ਜਿਹੜਾ ਪ੍ਰੋਗਰਾਮ ਹੈ ਸਿਰਫ ਪੰਜਾਬੀ ਵਿੱਚ ਹੀ ਨਹੀਂ ਹੈ, ਇਸ ਨੂੰ ਅਸੀਂ ਮਤਲਬ ਦੂਜੀਆਂ ਜ਼ਬਾਨਾਂ ਵਿੱਚ ਵੀ ਪੇਸ਼ ਕਰਦੇ ਹਾਂ। ਪਿਛਲੇ ਹਫਤੇ ਅਸੀਂ ਗੁਜਰਾਤੀ ਜ਼ਬਾਨ ਦੇ ਭਾਸ਼ਾ ਦੇ 2 ਸ਼ਾਇਰ ਇੱਥੇ ਬੁਲਾਏ ਸੀ, ਅਤੇ ਨੈਕਸਟ ਵੀਕ ਸਾਡੇ ਕੋਲ ਉਰਦੂ ਦੇ ਸ਼ਾਇਰ ਹੋਣਗੇ, ਔਰ ਅੱਜ ਪੰਜਾਬੀ ਦੇ ਹੈਗੇ ਨੇ। ਹਰਜੀਤ, ਇਸ ਦੇਸ਼ ਦੇ ਵਿੱਚ ਜਦੋਂ ਅਸੀਂ ਆਏ ਸੀ, ਅਸੀਂ ਨਵੀਆਂ ਸੁਭਾਵਾਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ, ਅਤੇ ਹੁਣ ਤਾਂ ਬਹੁਤ ਸਾਰੀਆਂ ਸੁਭਾਵਾਂ ਨੇ। ਇੱਕ ਕਿਸਮ ਦਾ ਵੈਸੇ ਤਾਂ ਮੇਲਾ ਲੱਗਿਆ ਰਹਿੰਦਾ, ਕਦੇ ਕੋਵੈਂਟਰੀ ਵਿੱਚ, ਮੈਂ ਹੁਣ ਕੋਵੈਂਟਰੀ ਗਿਆ ਸੀ, ਤੁਸੀਂ ਲੈਸਟਰ ਜਾ ਕੇ ਆਏ ਹੋ, ਕੋਈ ਬ੍ਰੈਡਫੋਰਡ ਜਾ ਕੇ ਆਇਆ, ਫਿਰ ਇੱਥੇ ਸਾਊਥ ਹਾਲ ਦੇ ਵਿੱਚ ਤੁਸੀਂ 3-4 ਸਮਾਗਮ ਕਰਾਏ, ਜਾਣੀ ਹੁਣ ਸਾਊਥਹੈਂਪਟਨ ਵਿੱਚ ਵੀ ਹੈ, ਮਤਲਬ ਕਿੰਨਾ ਕੁਛ ਹੋ ਰਿਹਾ। ਫਿਰ ਨੋਟਿੰਗਹਮ ਹੋਏਗਾ, ਸਦੋਂ ਤਾਲੀਮ ਕਰਾਏ, ਇੱਕ ਰੌਣਕ ਜਿਹੀ ਲੱਗੀ ਹੋਈ ਆ। ਡੂ ਯੂ ਥਿੰਕ ਕਿ ਇਹਨਾਂ ਤੋਂ ਲੇਖਕਾਂ ਨੂੰ ਪ੍ਰੇਰਨਾ ਮਿਲਦੀ ਹੈ, ਜਾਂ ਉਹ ਸਿਰਫ ਮੇਲਾ ਦੇਖ ਕੇ ਆ ਜਾਂਦੇ? देखो, प्रेरणा किसी ना किसी हद तक मिलती है, इनडायरैक्टली मिलती है, डायरैक्टली मिलती है, इनडायरैक्टली मिलती है। देखो, असी काफ़ी देर चुप जे भी रही है, 4-5 साल तो थोड़ी फिर सरगर्मियाँ वधियां, तो जो चुप रही सी उदों लोग स्लो भी हो गए सी, बहुता किसी ਨੂੰ बहुत शौक नहीं सी। ਹੁਣ ਜਦੋਂ ਅਸੀਂ ਸਭਾ ਵਿੱਚ ਜਾਣਾ ਹੁੰਦਾ ਹੈ, ਅਸੀਂ ਘੱਟੋ ਘੱਟ ਕਵਿਤਾ ਦਾ ਜ਼ਰੂਰ ਲਿਖ ਕੇ ਲੈ ਕੇ ਜਾਂਦੇ ਹਾਂ, ਘੱਟੋ ਘੱਟ ਇੱਕ ਕਵਿਤਾ ਦਾ ਇੱਕ ਪ੍ਰੋਗਰਾਮ ਰੱਖਦੇ ਹਾਂ ਨਾ, ਉਹ ਚਾਹੀਦੀ ਆ। ਫਿਰ ਜੇ ਪਰਚਾ ਪੜ੍ਹਨਾ ਹੋਵੇ ਉਹਦੇ ਬਾਰੇ ਵੀ ਤੁਸੀਂ ਤਿਆਰੀ ਕਰਦੇ ਹੋ। ਫਿਰ ਜਿਹੜੀ ਕਿਤਾਬ ਆਈ ਹੁੰਦੀ, ਤੁਹਾਨੂੰ ਪਤਾ ਹੁੰਦਾ ਮੈਂ ਬੋਲਣਾ, ਤੁਸੀਂ ਕਿਤਾਬ ਵੀ ਪੜ੍ਹਦੇ ਹੋ, ਫਿਰ ਤੁਸੀਂ ਪੜ੍ਹਦੇ, ਤੁਹਾਨੂੰ ਲਿਖਣ ਨੂੰ ਵੀ ਦਿਲ ਕਰਦਾ, ਤੁਹਾਨੂੰ ਉਹਦੇ ਵਿੱਚੋਂ ਕੁਛ ਨਾ ਕੁਛ ਮਿਲਦਾ ਵੀ ਹੈ। ਜੀ, ਸਹੀ ਗੱਲ। ਤੇ ਫਿਰ ਉੱਥੇ ਜਾ ਕੇ ਤੁਹਾਨੂੰ ਲੋਕ ਰੈਕਗਨਾਈਜ਼ ਵੀ ਕਰਦੇ ਵੀ ਤੂੰ ਕੰਮ ਕੀਤਾ ਹੈ, ਤੁਹਾਨੂੰ ਮਤਲਬ ਉਤਸ਼ਾਹ ਮਿਲਦਾ ਇੰਡਾਇਰੈਕਟਲੀ। ਬਿਲਕੁਲ। ਤੇ ਬਾਕੀ ਇੱਕ ਤਾਲਮੇਲ ਵੀ ਬਣਦਾ, ਤਾਲਮੇਲ ਵੀ ਬਣਦਾ, ਇਹ ਇਹਨਾਂ ਦਾ ਬਹੁਤ ਫਾਇਦਾ ਹੈਗਾ। ਬਾਕੀ ਥੋੜੀ ਬਹੁਤ ਸਿਆਸਤ ਵੀ ਚੱਲਦੀ, ਉਹ ਵੀ ਚੱਲਦੀ, ਚਲੋ ਚੱਲਦਾ ਹੀ, ਪਰ ਇਹਦਾ ਫਾਇਦਾ ਹੈਗਾ। ਮੈਂ ਤਾਂ ਬੜਾ ਖੁਸ਼ ਹਾਂ। ਹਾਂ, ਤੁਹਾਡੀ ਕਿਤਾਬ ਜਿਹੜੀ ਹਵਨ ਆ, ਇਹਦੇ ਉੱਤੇ ਵੀ ਆਪਾਂ ਸਾਊਥਹਾਲ ਵਿੱਚ ਵੀ ਸਵਾਗਤ, ਹਾਂਜੀ ਸਾਊਥਹਾਲ ਵਿੱਚ ਅਦਾਰਾ ਸ਼ਬਦ, ਹਾਂਜੀ ਹਾਂਜੀ। ਐਂਡ ਹੁਣ ਤੁਸੀਂ ਫਿਰ ਉੱਥੇ ਲੈਸਟਰ ਜਾ ਕੇ ਆਏ ਹੋ, ਤੁਹਾਡਾ ਤਜਰਬਾ ਕੀਤਾ, ਤੁਹਾਨੂੰ ਇਹ ਜਿਹੜਾ ਐਕਸਪੋਜ਼ਰ ਹੈ, ਹਾਂਜੀ, ਇਹਦੇ ਨਾਲ ਤੁਸੀਂ ਕਿਸ ਦਿਸ਼ਾ ਵਿੱਚ ਜਾਣਾ ਚਾਹੋਗੇ? ਮਤਲਬ ਮੇਰੇ ਭਾਵ ਕਹਿਣ ਦਾ ਜੋ ਕ੍ਰਿਟਿਸਿਜ਼ਮ ਉਹ ਤੇ ਹੋਇਆ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਮੇਰੇ ਲਈ ਤਾਂ ਇੱਕ ਬਹੁਤ ਹੀ ਕ੍ਰਿਟਿਸਿਜ਼ਮ ਜਿਹੜਾ ਬਹੁਤ ਹੀ ਇੱਕ ਵਧੀਆ ਰੰਗ ਦਾ, ਇੱਕ ਵਧੀਆ ਤਰੀਕੇ ਦੇ ਨਾਲ ਹੋਇਆ, ਔਰ ਇਹ ਹੋਇਆ ਵੀ ਇੱਦਾਂ ਕਿ ਕਿਤਾਬ ਦੇ ਵਿੱਚ ਜਿਹੜੇ ਆਲੋਚਕ ਸਨ, ਡਾਕਟਰ ਦਵਿੰਦਰ ਕੌਰ ਜੀ ਅਤੇ ਆਪਣੇ ਗੁਰਪਾਲ ਸਿੰਘ ਸੰਧੂ ਜੀ, ਉਹਨੇ ਪੂਰੀ ਕਿਤਾਬ ਦੇ ਵਿੱਚ ਵੜ ਕੇ ਖੁੱਭ ਕੇ ਇਹਨੂੰ ਪੜ੍ਹਿਆ ਵਿਚਾਰਿਆ। ਐਵੇਂ ਨਹੀਂ ਕਿ 1-2 ਸਫ਼ੇ ਪੜ੍ਹ ਲਏ ਜਾਂ ਮੁੱਖਬੰਦ ਪੜ੍ਹ ਕੇ ਲਿਖ ਕੇ ਮੈਨੂੰ ਇੱਦਾਂ ਜਾਂ ਪੜ੍ਹ ਦਿੱਤਾ। ਅਤੇ ਕੁਛ ਗੱਲਾਂ ਤਾਂ ਇਹੋ ਜਿਹੀਆਂ ਜਿਹੜੀਆਂ ਇੱਕ ਲੇਖਕ ਨੂੰ ਵੀ ਨਹੀਂ ਪਤਾ ਹੁੰਦਾ, ਜਿਵੇਂ ਤੁਹਾਡੀਆਂ ਕਿਤਾਬਾਂ 'ਤੇ ਵੀ ਪਹਿਲਾਂ ਪ੍ਰੋਗਰਾਮ ਹੁੰਦੇ ਸੀ ਕਿ
ਉਹ ਲੇਖਕ ਵੀ ਹੈਰਾਨ ਹੁੰਦਾ, ਕਵੀ ਵੀ ਹੈਰਾਨ ਹੁੰਦਾ ਕਿ ਹੈ ਮੈਂ ਇਹ ਕੁਛ ਲਿਖਿਆ। ਉਹ ਲੋਕ ਤੁਹਾਡਾ ਉਧਰ ਧਿਆਨ ਦਿੰਦੇ, ਫਿਰ ਤੁਸੀਂ ਕਈ ਵਾਰੀ ਨੋਇੰਗਲੀ ਤੁਹਾਡੇ ਤੇ ਹਰ ਇੱਕ ਚੀਜ਼ ਦਾ ਥੋੜਾ ਅਸਰ ਹੁੰਦਾ ਹੀ ਰਹਿੰਦਾ, ਔਰ ਤੁਹਾਨੂੰ ਸਵਾਰਦੀਆਂ ਰਹਿੰਦੀਆਂ ਚੀਜ਼ਾਂ। ਇਹ ਫੰਕਸ਼ਨ ਇਸ ਲਈ ਵੀ ਜ਼ਰੂਰੀ ਹੈ ਕਿ ਤੁਹਾਨੂੰ ਇੱਕ ਗਾਂ ਵਾਸਤੇ ਸੋਹਣਾ ਇੱਕ ਰੰਗ ਜਾਂ ਸੋਹਣੀ ਤੁਸੀਂ ਇਹਨਾਂ ਨਿਖਰਦੇ ਹੀ ਆ। ਤੇ ਮੇਰਾ ਇੱਕ ਵੱਖਰਾ ਪ੍ਰਭਾਵ ਹੋਰ ਪਿਆ ਕਿ ਮੈਂ ਪਹਿਲੀ ਕਿਤਾਬ ਲਿਖੀ ਸੀ ਹੁਣ ਮੈਂ ਕਵੀਆਂ ਵਾਂਗ, ਤੇ ਜਦੋਂ ਛਪ ਰਹੀ ਸੀ ਤਾਂ ਮੈਨੂੰ ਆਪਣਾ ਅੰਦਰ ਬਿਲਕੁਲ ਖਾਲੀ ਜਿਹਾ ਲੱਗਿਆ ਸਾਥੀ ਜੀ। ਤੇ ਫਿਰ ਮੈਂ ਕਾਫੀ ਦੇਰ ਲਿਖਿਆ ਨਹੀਂ, ਪਰ ਅਗਲੀ ਕਿਤਾਬ ਜਦੋਂ ਮੈਂ ਹਵਨ ਲਿਖੀ ਤਾਂ ਉਧਰੋਂ ਕਿਤਾਬ ਛਪਣ ਚਲ ਗਈ, ਤਾਂ ਮੈਂ ਉਧਰੋਂ ਦੋਸਤਾਂ ਦੇ ਪ੍ਰਭਾਵ ਆਉਣ ਲੱਗ ਪਏ, ਫੇਸਬੁੱਕ ਤੇ ਚਲ ਗਈ, ਨਵੇਂ ਜ਼ਮਾਨੇ ਛਪੀਆਂ ਗਜ਼ਲਾਂ ਇੱਧਰ ਉੱਧਰ, ਤੇ ਮੈਂ ਉਸੇ ਸਮੇਂ ਦੌਰਾਨ ਇੰਨੀਆਂ ਗਜ਼ਲਾਂ ਲਿਖੀਆਂ ਕਿ ਅਗਲੀ ਕਿਤਾਬ ਵੀ ਤਕਰੀਬਨ ਅੱਧੀ ਹੋਰ ਪੂਰੀ ਹੋ ਗਈ। ਮੈਨੂੰ ਆਪਣੇ ਆਪ ਦੀ ਸਮਝ ਨਹੀਂ ਆਈ ਕਿ ਇੱਕ ਵਾਰ ਮੈਂ ਖਾਲੀ ਮਹਿਸੂਸ ਕਰਦਾ ਸੀ, ਹੁਣ ਮੈਂ ਬਹੁਤ ਗਜ਼ਲਾਂ ਲਿਖੀਆਂ। ਤੇ ਮੈਂ ਇੱਦਾਂ ਦੇ ਟਾਈਮ ਕਈ ਵਾਰੀ ਆਪਣੇ ਆਪ ਨੂੰ ਕੁਦਰਤ ਨਾਲ ਜੋੜ ਲੈਂਦਾ ਕਿ ਜਿਵੇਂ ਬੂਟੇ ਨੇ, ਇਹਨਾਂ ਨੂੰ ਪਤਾ ਨਹੀਂ ਕਿ ਸਾਡੇ ਅੰਦਰ ਫੁੱਲ ਹੈ, ਫਲ ਹੈ, ਕਿ ਜੇ ਪਤਾ ਹੋਵੇ ਫਿਰ ਤਾਂ 12 ਮਹੀਨੇ ਖਿੜੇ ਰਹਿਣ। ਜਦੋਂ ਆਪਾਂ ਸੁਭਾਵਾਂ ਦੀ ਗੱਲ ਕਰਦੇ ਹਾਂ, ਹਾਂਜੀ ਤੁਸੀਂ ਬਿਲਕੁਲ ਠੀਕ ਹੋ ਜੋ ਕੁਛ ਤੁਸੀਂ ਕਿਹਾ। ਇਹ ਸੁਭਾਵਾਂ ਦੀ ਜਦ ਤੁਸੀਂ ਗੱਲ ਕਰਦੇ ਹਾਂ ਤਾਂ ਪਹਿਲਿਆਂ ਦੇ ਵਿੱਚ ਬਹੁਤ ਜ਼ਿਆਦਾ ਲੜਾਈਆਂ ਹੁੰਦੀਆਂ ਸੀ, ਮਤਲਬ ਲੋਕ ਸੈਟਲ ਨਹੀਂ ਸੀ ਹੋਏ ਇਸ ਦੇਸ਼ ਵਿੱਚ। ਉਹ ਜਿਸ ਤਰ੍ਹਾਂ ਸੀਰੇ ਉਹਨਾਂ ਨੇ ਕਿਹਾ ਨਾ, ਲੋਕੀ ਨੋਸਟੈਲਜੀਆ ਵਿੱਚ ਖੁੱਬੇ ਹੋਏ ਸੀ, ਉਹਨੂੰ ਐਂ ਲੱਗਦਾ ਸੀ ਵੀ ਅਸੀਂ ਚਲੇ ਜਾਣਾ, ਇੱਥੋਂ ਕੀ ਲੈਣਾ ਹੈ ਨਾ। ਪਰ ਹੁਣ ਅਸੀਂ ਹੌਲੀ ਹੌਲੀ ਸੈਟਲ ਹੋ ਰਹੇ, ਸਾਨੂੰ ਪਤਾ ਸੀ ਇੱਥੇ ਰਹਿਣਾ, ਤੇ ਭਰਾਤਰੀਅਤ ਜ਼ਿਆਦਾ ਵੱਧ ਗਈ ਹੈ, ਮੈਨੂੰ ਚੰਗੀ ਲੱਗੀ ਹੈ। ਚਲੋ ਨਾ ਹੁਣ ਉਹਦੀ ਜਿਹੜੀ ਲੜਾਈਆਂ ਘੱਟ ਹੁੰਦੀਆਂ ਨਾ, ਹੁਣ ਕਾਰਨ ਹੋਰ ਆ। ਉਦੋਂ ਤੁਸੀਂ ਜਿਹੜੇ ਸਾਰੇ ਇੱਕੋ ਲੈਵਲ ਦੇ ਬੰਦੇ ਸੀ, ਉਦੋਂ ਸਾਥੀ ਜਾਂ ਸਵਰਨ ਚੰਦਨ ਜਾਂ ਅਵਤਾਰ ਜੰਡਿਆਲ ਵੀ ਇੱਕ ਦੂਜੇ ਮੂਹਰੇ ਨਿਕਲਦੇ ਸੀ। ਹੁਣ ਉਹਨੂੰ ਪਤਾ ਵੀ ਸਾਥੀ ਦੇ ਸਾਰੇ ਸਾਹਮਣੇ ਸੀ, ਇੱਕ ਦੂਜੇ ਤੋਂ ਘੱਟ, ਅਸੀਂ ਕਿਸੇ ਤੋਂ ਘੱਟ ਨਹੀਂ। ਹੁਣ ਜਿਹੜਾ ਮੁਕਾਮ ਬਣ ਗਿਆ ਉਹਨੂੰ ਪਤਾ ਵੀ ਸਾਥੀ ਦੇ ਨਾਲ ਵੀ ਆ, ਉਹਨੂੰ ਕੋਈ ਛੇੜ ਨਹੀਂ ਸਕਦਾ। ਹਰਜੀਤ ਅਡਵਾਲ ਦਾ ਮੁਕਾਮ ਆ, ਇਹਨੂੰ ਕੋਈ ਘਟਾ ਨਹੀਂ ਸਕਦਾ। ਉਹ ਸਭ ਦੇ ਮੁਕਾਮ ਬਣ ਚੁੱਕੇ ਆ ਜਿਹੜੇ ਬਣਨੇ ਸੀ। ਯੂ ਆਰ ਐਬਸੋਲੂਟਲੀ ਰਾਈਟ। ਪਰ ਉਸ ਵੇਲੇ ਵੀ ਜਿਹੜੇ ਇਹ ਦੋਸਤਾਂ ਦੇ ਤੁਸੀਂ ਨਾਂ ਲਏ ਨਾ, ਅਵਤਾਰ ਜੰਡਿਆਲ ਵੀ ਸੀ, ਜੋ ਆਪਣੇ ਰਘਵੀਰ ਢੰਡ ਸੀ, ਉਹ ਸਾਰਿਆਂ ਦਾ ਆਪਣਾ ਆਪਣਾ ਮੁਕਾਮ ਸੀਗਾ, ਇੱਕ ਦੂਜੇ 'ਚ ਨਕਰੋਚ ਨਹੀਂ ਸੀ ਅਸੀਂ ਕਰ ਸਕਦੇ। ਜੇ ਮੈਂ ਕਹਾਣੀ ਲਿਖਦਾ ਨਾ, ਆਈ ਗੋਟ ਟੂ ਰਾਈਟ ਬੈਟਰ ਸ਼ਾਰਟ ਸਟੋਰੀ ਦੈਨ ਰਘਵੀਰ ਢੰਡ ਜਾਂ ਸੁਰਜੀਤ ਬੇਦੀ। ਇੱਕ ਮੁਕਾਬਲਾ ਵੀ ਲੱਗਦਾ ਸੀ, ਇੰਨੀ ਸਾਨੂੰ ਪ੍ਰੇਰਨਾ ਮਿਲਦੀ ਸੀ। ਜਿੱਦਾਂ ਮਸਲਨ ਮੈਂ ਜਦੋਂ ਸਮੁੰਦਰੋਂ ਪਾਰ ਲਿਖਣਾ ਸ਼ੁਰੂ ਕੀਤਾ ਵਿਦਆਊਟ ਨੇਮਿੰਗ ਨੇਮਸ, ਇੱਥੇ ਵੀ ਕੁਛ ਲੋਕਾਂ ਨੇ ਉਸ ਦੀ ਸਮਝ ਲਓ ਪਈ ਨਕਲ ਕਰਨ ਦੀ ਕੋਸ਼ਿਸ਼ ਕੀਤੀ। ਨਕਲ ਤੋਂ ਮੇਰਾ ਭਾਵ ਹੈ ਕਿ ਜਿੱਦਾਂ ਨਹੀਂ ਲਿਖਦਾ ਆਪਾਂ ਲਿਖੀਏ ਤਾਂ ਸਾਡੀ ਵੀ ਚਰਚਾ ਹੋਵੇ, ਪਰ ਉਹ ਗੱਲ ਫਿਰ ਬਣੀ ਨਹੀਂ। ਕਿਉਂਕਿ ਜਿਹੜਾ ਹੁਣ ਤੁਸੀਂ ਨਾਵਲ ਲਿਖਣਾ ਨਾ, ਇਹਨੂੰ ਜੇ ਮੈਂ ਲਿਖਣ ਦੀ ਕੋਸ਼ਿਸ਼ ਕਰਾਂ ਤਾਂ ਮੈਂ ਤੁਹਾਡੀ ਸੋਚ ਜਿਹੜੀ ਮੇਰੇ 'ਚ ਨਹੀਂ ਸਮਾ ਸਕਦੀ, ਮੇਰੀ ਆਪਣੀ ਸੋਚ। ਐਂਡ ਤੋ ਇੱਕ ਹੁਣ ਆਪਾਂ ਬ੍ਰੇਕ ਵੱਲ ਫੇਰ ਚੱਲੇ ਹਾਂ, ਤੇ ਬ੍ਰੇਕ ਤੋਂ ਬਾਅਦ ਆਪਾਂ ਫੇਰ ਗੱਲਬਾਤ ਕਰਦੇ ਹਾਂ। ਦੋਸਤੋ, ਸਾਥੀ ਕੇ ਸੰਗ ਸੰਗ ਅੱਜ ਅਸੀਂ ਪ੍ਰਸਤੁਤ ਕਰ ਰਹੇ ਹਾਂ MATV ਦੇ ਸਟੂਡੀਓ 'ਚੋਂ, ਔਰ ਸਾਡੇ ਕੋਲ ਦੋ ਬਹੁਤ ਵੱਡੇ ਸ਼ਾਇਰ ਬੈਠੇ ਨੇ, ਹਰਜੀਤ ਅਟਵਾਲ ਔਰ ਸੁਰਿੰਦਰ ਸੀਰਾ। ਔਰ ਬ੍ਰੇਕ ਤੋਂ ਬਾਅਦ ਮੇਰਾ ਔਰ ਤੁਹਾਡਾ ਮਿਲਨ ਹੋਏਗਾ ਛੇਤੀ। MATV ਦੋਸਤੋ, ਔਰ ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲ ਰਹੇ ਹਾਂ। ਦੋ ਸ਼ਾਇਰ ਹਨ ਸਾਡੇ ਸਟੂਡੀਓ ਦੇ ਵਿੱਚ, ਹਰਜੀਤ ਅਟਵਾਲ ਔਰ ਸੁਰਿੰਦਰ ਸੀਰਾ। ਸੀਰਾ ਸਾਹਿਬ, ਜਿਹੜੀ ਤੁਹਾਡੀ ਗਜ਼ਲ ਹੈਗੀ ਆ ਤੁਸੀਂ ਕੱਢੀ ਆ ਹੁਣੇ ਬ੍ਰੇਕ ਤੋਂ ਪਹਿਲਾਂ, ਇਹ ਸਾਨੂੰ ਸੁਣਾਓ ਤੁਸੀਂ। ਤੁਸੀਂ ਤਰਨਮ ਵਿੱਚ ਵੀ ਕਦੇ ਗਜ਼ਲ? ਮੈਂ ਨਹੀਂ ਕਦੀ ਤਰਨਮ 'ਚ ਨਹੀਂ ਪੜ੍ਹੀ ਸਾਥੀ ਜੀ। ਅੱਛਾ। ਤੇ ਪਰ ਤੁਸੀਂ ਮੇਰੇ ਤੋਂ ਸੁਣੀ ਜਾਂਦੇ, ਮੇਰਾ ਮਨ ਹੈ ਕਿ ਤੁਸੀਂ ਵੀ ਜ਼ਰੂਰ ਕੁਝ ਸੁਣਾ ਰੱਖ ਦਿਓ। ਹਾਂਜੀ, ਤੇ ਇਹ ਗਜ਼ਲ ਹੈ, ਇਹ ਕਿਤਾਬ ਵਿੱਚ ਤੇ ਹੈ ਨਹੀਂ, ਅਗਲੀ ਕਿਤਾਬ ਦੇ ਵਿੱਚ ਹੋਵੇਗੀ ਜੀ। ਬਿਠਾ ਕੇ ਨਾਲ ਹੀ ਆਪਣੇ ਤੂੰ ਇੱਥੋਂ ਲੈ ਚੱਲੀ ਮੈਨੂੰ, ਬਿਠਾ ਕੇ ਨਾਲ ਹੀ ਆਪਣੇ ਤੂੰ ਇੱਥੋਂ ਲੈ ਚੱਲੀ ਮੈਨੂੰ, ਮੈਂ ਜਾਣਾ ਜ਼ਿੰਦਗੀ ਤੀਕਰ ਤੂੰ ਉੱਥੇ ਲਾ ਦੇਵੀਂ ਮੈਨੂੰ। ਵਾਹ 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 ਵਾਹ। ਬਿਠਾ ਕੇ ਨਾਲ ਹੀ ਆਪਣੇ ਤੂੰ ਇੱਥੋਂ ਲੈ ਚੱਲੀ ਮੈਨੂੰ, ਮੈਂ ਜਾਣਾ ਜ਼ਿੰਦਗੀ ਤੀਕਰ ਤੂੰ ਉੱਥੇ ਲਾ ਦੇਵੀਂ ਮੈਨੂੰ, ਮੈਂ ਆਪੇ ਆਖ ਦੇਵਾਂਗਾ ਕਿ ਡੁੱਬਦਾ ਹਾਂ ਫੜੀ ਮੈਨੂੰ, ਜਦੋਂ ਮਹਿਸੂਸ ਹੋਈ ਤਿਣਕਿਆਂ ਦੀ ਹੀ ਕਮੀ ਮੈਨੂੰ, ਵਾਹ ਵਾਹ, ਮੇਰੇ ਤੋਂ ਆਪਣਾ ਹੀ ਫਿਰ ਸਮੁੰਦਰ ਸਾਂਭ ਨਹੀਂ ਹੋਣਾ, ਬਹੁਤ ਅੱਛਾ, ਬਹੁਤ। ਮੇਰੇ ਤੋਂ ਆਪਣਾ ਹੀ ਫਿਰ ਸਮੁੰਦਰ ਸਾਂਭ ਨਹੀਂ ਹੋਣਾ, ਤੂੰ ਬਣ ਕੇ ਨੇਰੀਆਂ ਤੇ ਵਾਬ ਰੋਲੇ ਨਾ ਮਿਲੀ ਮੈਨੂੰ, ਬਹੁਤ ਅੱਛਾ। ਜਿਨ੍ਹਾਂ ਨੂੰ ਪੂਜਦੀ ਤੈਨੂੰ ਮੈਂ ਉਹ ਪੱਥਰ ਵਿਖਾਵਾਂਗਾ, ਜਿਨ੍ਹਾਂ ਨੂੰ ਪੂਜਦੀ ਤੈਨੂੰ ਮੈਂ ਉਹ ਪੱਥਰ ਵਿਖਾਵਾਂਗਾ, ਕਦੀ ਤੂੰ ਆਰਤੀ ਵਿੱਚ ਦੇਵਿਆਂ ਦੀ ਥਾਂ ਧਰੀ ਮੈਨੂੰ, ਕਦੀ ਤੂੰ ਆਰਤੀ ਵਿੱਚ ਦੇਵਿਆਂ ਦੀ ਥਾਂ ਧਰੀ ਮੈਨੂੰ, ਜਦੋਂ ਤੂੰ ਨਾਲ ਸੀ
ਪਤਝੜ ਵੀ ਮਿਲਦੀ ਸੀ ਹਰੀ ਹੋ ਕੇ ਜਦੋਂ ਤੂੰ ਨਾਲ ਸੀ ਪਤਝੜ ਵੀ ਮਿਲਦੀ ਸੀ ਹਰੀ ਹੋ ਕੇ ਤੇਰੇ ਬਿਨ ਆਖਦੀ ਬੰਜਰ ਮੇਰੀ ਆਪਣੀ ਜ਼ਮੀਨ ਮੈਨੂੰ ਬਹੁਤ ਬਹੁਤ ਥੈਂਕ ਯੂ ਤੇ ਹਰਜੀਤ ਜੇ ਇਜਾਜ਼ਤ ਹੋਵੇ ਤੇ ਕੁਝ ਹਾਂ ਬਿਲਕੁਲ ਬਿਲਕੁਲ ਤੁਹਾਨੂੰ ਤਾਂ ਦੇਖ ਰਿਹਾ ਸੀ ਆਦਮੀ ਤੋਂ ਆਦਮੀ ਕਿੰਨਾ ਡਰੇ ਵਾਹ ਆਦਮੀ ਤੋਂ ਆਦਮੀ ਕਿੰਨਾ ਡਰੇ ਹੌਲੀ ਹੌਲੀ ਸਹਿਮ ਕੇ ਅੰਦਰੇ ਮਰੇ ਵਾਹ ਅੱਜ ਦੇ ਹਾਲਾਤ ਹੀ ਤੁਸੀਂ ਦੇਖ ਲਓ ਦੁਨੀਆ 'ਚ ਬਿਲਕੁਲ ਜੀ ਬਿਲਕੁਲ ਆਦਮੀ ਤੋਂ ਆਦਮੀ ਕਿੰਨਾ ਡਰੇ ਕਿ ਹੌਲੀ ਹੌਲੀ ਸਹਿਮ ਕੇ ਅੰਦਰੇ ਮਰੇ ਕਿੰਨੇ ਬੰਦੇ ਕਿਉਂ ਮਰੇ ਕਿੱਥੇ ਮਰੇ ਵਾਹ ਕਿੰਨੇ ਬੰਦੇ ਕਿਉਂ ਮਰੇ ਕਿੱਥੇ ਮਰੇ ਰੋਜ਼ ਹੁੰਦੇ ਰੇਡੀਓ ਤੇ ਤਬਸਰੇ ਵਾਹ ਤੋ ਸ਼ੇਰ ਹੈ ਕਿ ਚੋਰੀਆਂ ਡਾਕੇ ਕਤਲ ਤੇ ਖੁਦਕੁਸ਼ੀ ਚੋਰੀਆਂ ਡਾਕੇ ਕਤਲ ਤੇ ਖੁਦਕੁਸ਼ੀ ਇਹਨਾਂ ਨਾਲ ਅਖਬਾਰ ਦੇ ਪੰਨੇ ਭਰੇ ਤੋ ਜਜ਼ਬਿਆਂ ਚੋਂ ਤਪਸ਼ਣ ਕਿੱਧਰ ਗਈ ਜਜ਼ਬਿਆਂ ਚੋਂ ਤਪਸ਼ਣ ਕਿੱਧਰ ਗਈ ਪਿਆਰ ਭਿੱਜੇ ਬੋਲ ਕਿਉਂ ਅੱਜ ਕੱਲ ਠਰੇ ਬਾਕੀ ਜਜ਼ਬਿਆਂ ਚੋਂ ਤਪਸ਼ ਹੁਣ ਕਿੱਧਰ ਗਈ ਕਿ ਪਿਆਰ ਭਿੱਜੇ ਬੋਲ ਕਿਉਂ ਅੱਜ ਕੱਲ ਠਰੇ ਅੱਜ ਕੱਲ ਹਰ ਗੱਲ ਹੁੰਦੀ ਤੋਲ ਕੇ ਅੱਜ ਕੱਲ ਹਰ ਗੱਲ ਹੁੰਦੀ ਤੋਲ ਕੇ ਹਰ ਕੋਈ ਹੈ ਪਰਖਦਾ ਖੋਟੇ ਖਰੇ ਵਾਹ ਕਿ ਅੱਜ ਕੱਲ ਹਰ ਗੱਲ ਹੁੰਦੀ ਤੋਲ ਕੇ ਹਰ ਕੋਈ ਹੈ ਪਰਖਦਾ ਖੋਟੇ ਖਰੇ ਬਿਨ ਸ਼ਰਤ ਹਮਸਾਇਆ ਵੀ ਹੁਣ ਨਾ ਕਦੇ ਬਿਨ ਸ਼ਰਤ ਹਮਸਾਇਆ ਵੀ ਹੁਣ ਨਾ ਕਦੇ ਪਿਆਰ ਦੀ ਚੁਟਕੀ ਵੀ ਤਲੀਆਂ ਤੇ ਧਰੇ ਵਾਹ ਬਿਨ ਸ਼ਰਤ ਹਮਸਾਇਆ ਵੀ ਹੁਣ ਨਾ ਕਦੇ ਬਹੁਤ ਖੂਬ ਪਿਆਰ ਦੀ ਚੁਟਕੀ ਵੀ ਤਲੀਆਂ ਤੇ ਧਰੇ ਪਿਆਰ ਦੀ ਚੁਟਕੀ ਵੀ ਤਲੀਆਂ ਤੇ ਧਰੇ ਤੇ ਅੱਜ ਕੱਲ ਇੰਗਲੈਂਡ ਨਹੀਂ ਪਹਿਲਾਂ ਜਿਹਾ ਅੱਜ ਕੱਲ ਇੰਗਲੈਂਡ ਨਹੀਂ ਪਹਿਲਾਂ ਜਿਹਾ ਪੁਲਾਂ ਹੇਠਾਂ ਪਏ ਲੋਕੀ ਬੇਕਰੇ ਉਹ ਦੇਖਿਆ ਬਹੁਤ ਦੁਖਾਂਤ ਹੈ ਜੀ ਅੱਜ ਕੱਲ ਇੰਗਲੈਂਡ ਨਹੀਂ ਪਹਿਲਾਂ ਜਿਹਾ ਪੁਲਾਂ ਹੇਠਾਂ ਪਏ ਲੋਕੀ ਬੇਕਰੇ ਔਰ ਆਹ ਅਗਲਾ ਸ਼ੇਰ ਨਾ ਇਹ ਤੁਸੀਂ ਉਹ ਕਮਰਿਆਂ ਦੀ ਗੱਲ ਵੀ ਕੀਤੀ ਸੀ ਪਰ ਥੋੜਾ ਜਿਹਾ ਡਿਫਰੈਂਟ ਹੈ ਇਹ ਇਸ ਤਰ੍ਹਾਂ ਤਨਹਾ ਸ਼ਹਿਰ ਦੇ ਲੋਕ ਹੁਣ ਇਸ ਤਰ੍ਹਾਂ ਤਨਹਾ ਸ਼ਹਿਰ ਦੇ ਲੋਕ ਕੁਝ ਪੁਲਿਸ ਨੂੰ ਲੱਭਦੇ ਘਰਾਂ ਦੇ ਵਿੱਚ ਮਰੇ ਕਿ ਇਸ ਤਰ੍ਹਾਂ ਤਨਹਾ ਸ਼ਹਿਰ ਦੇ ਲੋਕ ਕੁਝ ਪੁਲਿਸ ਨੂੰ ਲੱਭਦੇ ਘਰਾਂ ਦੇ ਵਿੱਚ ਮਰੇ ਗਗਨ ਵਿੱਚ ਧੂਆਂ ਹੈ ਅੱਜ ਕੱਲ ਇਸ ਕਦਰ ਵਾਤਾਵਰਣ ਬਾਰੇ ਗਗਨ ਵਿੱਚ ਧੂਆਂ ਹੈ ਅੱਜ ਕੱਲ ਇਸ ਕਦਰ ਪਰ ਹੁੰਦਿਆਂ ਵੀ ਪਰਿੰਦੇ ਬੇਪਰੇ ਪਰ ਹੁੰਦਿਆਂ ਵੀ ਪਰਿੰਦੇ ਬੇਪਰੇ ਕੱਟ ਦਿਆਂਗੇ ਅਗਰ ਆਪਾਂ ਬਿਰਖ ਸਭ ਕੱਟ ਦਿਆਂਗੇ ਅਗਰ ਆਪਾਂ ਬਿਰਖ ਸਭ ਛਾਂ ਨਹੀਂ ਹੋਣੀ ਤੇ ਨਾ ਪੱਤੇ ਹਰੇ ਛਾਂ ਨਹੀਂ ਹੋਣੀ ਤੇ ਨਾ ਪੱਤੇ ਹਰੇ ਕਿ ਉਹ ਵਿੱਚ ਮੈਂ ਕੁਝ ਛੱਡ ਦਿੰਦਾ ਕਿ ਇਸ ਨਗਰ ਵਿੱਚ ਦੋਸਤ ਸਾਥੀ ਬਹੁਤ ਹਨ ਜੀ ਇਸ ਨਗਰ ਵਿੱਚ ਦੋਸਤ ਸਾਥੀ ਬਹੁਤ ਹਨ ਅਸਾਂ ਨਾ ਰਹਿਣਾ ਇਹਨਾਂ ਤੋਂ ਹੁਣ ਪਰੇ ਵਾਹ ਬਹੁਤ ਖੂਬ ਹਾਂ ਨਹੀਂ ਬਿਲਕੁਲ ਬਹੁਤ ਹਾਂ ਬਹੁਤ ਜੀ ਹਰਜੀਤ ਕੋਈ ਗਜ਼ਲ ਹੋਵੇ ਪੰਜਾਬੀ ਦੀ ਹਾਂ ਹੈਗੀ ਵੈਸੇ ਤਾਂ ਹਿੰਦੀ ਜਦ ਹਿੰਦੀ ਸਹੀ ਨਹੀਂ ਤੁਹਾਨੂੰ ਪੰਜਾਬੀ ਵਿੱਚ ਗਜ਼ਲ ਹੈਗੀ ਥੋੜੀ ਮੇਰੀ ਵੱਖਰੀ ਰਹਿੰਦੀ ਹੈ ਗਜ਼ਲ ਹੈ ਜੀ ਅੱਛਾ ਛੱਤ ਸ਼ੀਸ਼ੇ ਕੰਧਾਂ ਦਾ ਡਰ ਨਹੀਂ ਸੀ ਵਾਹ ਛੱਤ ਸ਼ੀਸ਼ੇ ਕੰਧਾਂ ਦਾ ਡਰ ਨਹੀਂ ਸੀ ਰਾਈਟ ਤੂਫਾਨ ਜਾਣਦਾ ਸੀ ਕਿ ਮੈਂ ਘਰ ਨਹੀਂ ਸੀ ਬਹੁਤ ਅੱਛਾ ਵਾਹ ਛੱਤ ਸ਼ੀਸ਼ੇ ਕੰਧਾਂ ਦਾ ਡਰ ਨਹੀਂ ਸੀ ਤੂਫਾਨ ਜਾਣਦਾ ਸੀ ਕਿ ਮੈਂ ਘਰ ਨਹੀਂ ਸੀ ਦੰਦੀ ਤੇ ਜਿਉਣ ਦੀ ਆਦਤ ਨਾ ਬਦਲੀ ਵਾਹ ਦੰਦੀ ਤੇ ਜਿਉਣ ਦੀ ਆਦਤ ਨਾ ਬਦਲੀ ਪਰ ਹਰ ਬਲਾ ਤੋਂ ਬਚਣ ਦਾ ਵਰ ਨਹੀਂ ਸੀ ਪਰ ਹਰ ਬਲਾ ਤੋਂ ਬਚਣ ਦਾ ਵਰ ਨਹੀਂ ਸੀ ਸਾਂਭ ਲੈਂਦੇ ਸਾਂਝੇ ਪਲ ਬਿਖਰ ਗਏ ਜੋ ਵਾਹ ਸਾਂਭ ਲੈਂਦੇ ਸਾਂਝੇ ਪਲ ਬਿਖਰ ਗਏ ਜੋ ਮੁਖਤਸਰ ਇੰਨੀ ਵੀ ਗੱਲ ਐਪਰ ਨਹੀਂ ਸੀ ਮੁਖਤਸਰ ਇੰਨੀ ਵੀ ਗੱਲ ਐਪਰ ਨਹੀਂ ਸੀ ਰਿਸ਼ਤਿਆਂ ਦੀ ਚਾਲ ਹਾਲੇ ਚੱਲਦੀ ਸੀ ਰਿਸ਼ਤਿਆਂ ਦੀ ਚਾਲ ਹਾਲੇ ਚੱਲਦੀ ਸੀ ਖੁਸ਼ੀ ਬੀਜਣ ਲਈ ਵੀ ਮਨ ਵੱਤਰ ਨਹੀਂ ਸੀ ਖੁਸ਼ੀ ਬੀਜਣ ਲਈ ਵੀ ਮਨ ਵੱਤਰ ਨਹੀਂ ਸੀ ਆਖਰੀ ਸ਼ੇਰ ਹੈ ਜੀ ਸ਼ਾਹ ਹਰ ਮੇਰ ਨੂੰ ਕਰ ਲਿਆ ਉਸ ਦੂਰ ਕਿਨਾਰ ਹਰ ਮੇਰ ਨੂੰ ਕਰ ਲਿਆ ਉਸ ਦੂਰ ਕਿਨਾਰ ਪਰ ਜੋਗੀ ਬਣਨ ਦੀ ਤਾਂ ਹਾਲੇ ਉਮਰ ਨਹੀਂ ਸੀ ਬਹੁਤ ਪਰ ਜੋਗੀ ਬਣਨ ਦੀ ਤਾਂ ਹਾਲੇ ਉਮਰ ਨਹੀਂ ਸੀ ਤੁਹਾਡੇ ਦੋਹਾਂ ਤੋਂ ਮੈਂ ਪੁੱਛਣਾ ਚਾਹੂੰਗਾ
ਕਿ ਠੀਕ ਆ ਅਸੀਂ ਇਹ ਕਵਿਤਾਵਾਂ ਲਿਖਦੇ ਹਾਂ, ਸੇਵਾਵਾਂ ਵੀ ਬੜੀਆਂ ਹੋਈਆਂ, ਹਰ ਥਾਂ ਜਾਈਦਾ, ਹਾਂਜੀ ਕਵਿਤਾਵਾਂ ਆਪਣੀਆਂ ਕਿਤਾਬਾਂ ਛਪਾਈ ਦੀਆਂ, ਲੋਕਾਂ ਨੂੰ ਦੇਈ ਦੀਆਂ, ਡੋਲ ਦੈਟ। ਬਟ ਡੋਂਟ ਯੂ ਥਿੰਕ ਕਿ ਜਿਹੜਾ ਪੰਜਾਬੀ ਦਾ ਭਵਿੱਖ ਹੈ ਖਾਸ ਕਰਕੇ ਇਸ ਦੇਸ਼ ਦੇ ਵਿੱਚ ਬੜਾ ਬਲੀਕ ਹੈ? ਬਿਲਕੁਲ ਜੀ ਬਿਲਕੁਲ, ਕੋਈ ਭਵਿੱਖ ਨਹੀਂ ਹੈ। ਅਸੀਂ ਮੈਂ ਇੱਕ ਅੰਦਾਜ਼ੇ ਮੁਤਾਬਕ ਕਹਿੰਦਾ ਵੀ ਜਿਹੜੇ ਅਸੀਂ ਲੇਖਕ ਹਾਂ 15 ਕੁ ਸਾਲ ਅਸੀਂ ਹੋਰ ਹੈਗੇ ਇੱਥੇ ਵੱਧ ਤੋਂ ਵੱਧ। ਮਤਲਬ ਆਪਾਂ ਦੇਖੀਏ ਆਪਣੀ ਉਮਰ ਦੇ ਹਿਸਾਬ ਨਾਲ 15 ਸਾਲ ਹੋਰ ਕੱਢ ਜਾਂਗੇ। ਉਦੋਂ ਬਾਅਦ 7 ਤੋਂ ਬਾਅਦ ਇਹ ਸੀਰਾ ਹੈਗਾ, ਮਤਲਬ ਥੋੜ੍ਹਾ ਜਿਹਾ ਹੈ, ਪਰ ਇਦੋਂ ਜ਼ਿਆਦਾ ਸਾਡਾ ਲੇਖਕਾਂ ਦਾ ਭਵਿੱਖ ਇੱਥੇ ਹੈ ਨਹੀਂ। ਬੱਚੇ ਕੋਈ ਲਿਖਦੇ ਨਹੀਂ। ਸਿਰਫ ਇੱਕ ਮੁੰਡਾ ਪੰਜਾਬੀ 'ਚ ਲਿਖਣ ਆਇਆ ਨਵਾਂ, ਉਹਦਾ ਰੂਪ ਢਿੱਲੋਂ, ਪਰ ਉਹਦੀ ਉਹ ਰਿਕਗਨਾਈਜ਼ ਨਹੀਂ ਕਰ ਰਿਹਾ ਉਹਨੂੰ ਜਿੰਨੀ ਵਿਚਾਰਾ ਉਹ ਕੋਸ਼ਿਸ਼ ਕਰਦਾ, ਪਰ ਹੋਰ ਤਾਂ ਕੋਈ ਨਹੀਂ ਪੰਜਾਬੀ 'ਚ ਲਿਖ ਰਿਹਾ। ਇਹ ਗੱਲ ਅੱਜ ਤੋਂ ਕੋਈ ਮੇਰੇ ਖਿਆਲ 30 ਵਰੇ ਪਹਿਲਾਂ ਤਰਸੇਮ ਪੁਰੇਵਾਲ ਨੇ ਕਹੀ ਸੀ, ਕਹਿੰਦਾ ਮੈਂ ਪੇਪਰ ਛਾਪਦਾ ਪਰ ਮੈਨੂੰ ਪਤਾ ਮੇਰੀ ਲਾਈਫ ਟਾਈਮ ਤੱਕ ਹੀ ਰਹਿਣਾ। ਖੈਰ ਉਹ ਤਾਂ ਵਿਚਾਰਾ ਪਹਿਲੇ ਪਰ ਇੱਕ ਗੱਲੋਂ ਉਹ ਠੀਕ ਸੀਗਾ। ਉਹ ਕਹਿੰਦਾ ਕਿ ਬਚਾ ਮੈਨੂੰ ਦੱਸ ਦੋ ਵੀ ਕਿਹੜਾ, ਕਹਿੰਦਾ ਸਾਡੇ ਬੱਚੇ ਅਸੀਂ ਜ਼ੋਰ ਲਾ ਕੇ ਵੀ ਤੁਸੀਂ ਪੜ੍ਹੋ ਲਿਖੋ, ਪੰਜਾਬੀ ਪੜ੍ਹੋ। ਕੋਈ ਨਹੀਂ ਪੜ੍ਹਦਾ। ਉਹ ਜਿਹੜੇ ਗੁਰਦੁਆਰਿਆਂ ਵਾਲੇ ਵੀ ਹੈਗੇ ਉਹਨਾਂ ਦੀ ਬੜੀ ਹਿੰਮਤ ਹੈ ਕਿ ਉਹ ਕਰਦੇ ਆ ਕੋਸ਼ਿਸ਼, ਲੇਕਿਨ ਉਹ ਵੀ ਥੋੜ੍ਹੀ ਦੇਰ ਬਾਅਦ ਉਹਨਾਂ ਦਾ ਇੰਟਰਸਟ ਜਿਹੜਾ ਬਿਲਕੁਲ ਜਦੋਂ ਮੇਨ